ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਪੰਜਾਬ 1947 ਪੰਜਾਬ ਦੀ ਵੰਡ ਵਿੱਚ ਮੈਂ ਗੁਰਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਅਗਸਤ ਤੋਂ 15 ਅਗਸਤ ਤੱਕ ਅਸੀਂ ਇਹ ਸਪੈਸ਼ਲ ਸੀਰੀਜ਼ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਪੰਜਾਬ 1947 ਦੇ ਜਿਹੜੇ ਪੰਜਾਬ ਦੀ ਵੰਡ ਹੋਈ ਸੀਗੀ ਉਹਦੇ ਜਿਹੜੇ ਵੱਖਰੇ ਵੱਖਰੇ ਪਹਿਲੂ ਸੀਗੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਪੰਜਾਬ ਦੀ ਰਾਜਨੀਤਿਕ, ਪੰਜਾਬ ਦੀ ਆਰਥਿਕਤਾ, ਇਹ ਸਾਰਾ ਦਾ ਕੀ ਪੰਜਾਬ ਦੀ ਵੰਡ ਦਾ ਫਰਕ ਪਿਆ ਪੰਜਾਬ ਤੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ। ਤਾਂ ਵੱਖਰੇ ਵੱਖਰੇ ਸਾਡੇ ਕੋਲ ਵਿਦਵਾਨ ਗੈਸਟ ਸਾਡੇ ਕੋਲ ਆਉਂਦੇ ਨੇ, ਸਪੀਕਰਸ ਆਉਂਦੇ ਨੇ, ਤਾਂ ਜਿਹੜੇ ਆਪਣੇ ਵਿਚਾਰ ਰੱਖਦੇ ਨੇ, ਜਿਹੜੇ ਐਕਸਪਰਟਸ ਨੇ ਇਸ ਫੀਲਡ ਦੇ ਵਿੱਚ, ਇਤਿਹਾਸਕਾਰ ਨੇ। ਅੱਜ ਸਾਡੇ ਕੋਲ ਬਹੁਤ ਜਾਣੀ ਮਾਣੀ ਸਾਡੇ ਸਤਿਕਾਰਯੋਗ ਸ਼ਖਸੀਅਤ ਸਾਡੇ ਨਾਲ ਪਹੁੰਚੇ ਹੋਏ ਨੇ, ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਸੈਂਟਰ ਨਿਊਯਾਰਕ ਤੋਂ। ਤਾਂ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਗੁਰਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਸਿੰਘ ਸਟੇਸ਼ਨ ਰਾਹੀਂ ਦੁਨੀਆ ਭਰ ਚ ਜੁੜੇ ਪ੍ਰੋਗਰਾਮ ਦੇ ਨਾਲ ਸਾਡੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਤਾਂ ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ, ਡਾਕਟਰ ਸਾਹਿਬ ਕੋਈ ਪਛਾਣ ਦੇ ਮੁਹਤਾਜ ਨਹੀਂ। ਸਾਰੇ ਸਿੱਖ ਕੌਮ ਦੇ ਵਿੱਚ ਸਾਰੇ ਹੀ ਸਿੱਖ ਪੰਜਾਬੀ ਇਹਨਾਂ ਨੂੰ ਜਾਣਦੇ ਨੇ। ਈਵਨ ਪਾਕਿਸਤਾਨ ਤੋਂ ਪੰਜਾਬੀ ਜਿਹੜੇ ਨੇ ਉਹ ਵੀ ਇਹਨਾਂ ਨੂੰ ਜਾਣਦੇ ਨੇ। ਲਗਾਤਾਰ ਇਹ TV 84 ਦੇ ਉੱਤੇ ਪ੍ਰੋਗਰਾਮ ਕਰਦੇ ਨੇ, ਵੱਡੀਆਂ ਵੱਡੀਆਂ ਸਟੇਜਾਂ ਤੋਂ ਇਹ ਬੋਲਦੇ ਨੇ, ਲੈਕਚਰਸ ਕਰਦੇ ਨੇ ਤੇ ਸਾਨੂੰ ਸਾਰਿਆਂ ਨੂੰ ਸੇਧ ਦਿੰਦੇ ਨੇ, ਭਾਵੇਂ ਇਤਿਹਾਸਿਕ, ਰਾਜਨੀਤਿਕ, ਕਈ ਪੱਖਾਂ ਤੋਂ। ਤਾਂ ਅੱਜ ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਤੋਂ ਕਿ ਅਸੀਂ ਵੀ ਕੁਛ ਜੋ ਇਹਨਾਂ ਦੇ ਕੋਲ ਇਤਿਹਾਸ ਦਾ ਗਿਆਨ ਹੈ, ਜੋ ਇਹਨਾਂ ਦੇ ਵਿਚਾਰ ਨੇ, ਅਸੀਂ ਆਪਣੇ ਇਸ ਪਲੇਟਫਾਰਮ ਤੋਂ ਸ਼ੇਅਰ ਕਰ ਸਕੀਏ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਇਸ ਸਾਡੇ ਪਲੇਟਫਾਰਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ, ਕਿ ਤੁਸੀਂ ਸਾਡੇ ਕੋਲ ਸਮਾਂ ਕੱਢ ਕੇ ਆਏ, ਕਿਉਂਕਿ ਮੈਨੂੰ ਪਤਾ ਤੁਹਾਡਾ ਹੁਣੀ TV 84 ਤੇ ਜਿਹੜਾ ਪ੍ਰੋਗਰਾਮ ਹੁੰਦਾ ਸਮਾਪਤ ਹੋਇਆ ਹੈ, ਤਾਂ ਡੈਫੀਨੇਟਲੀ ਤੁਸੀਂ ਟਾਇਰਡ ਵੀ ਹੋਵੋਗੇ ਕਿ ਘੰਟੇ ਦਾ ਲਾਈਵ ਪ੍ਰੋਗਰਾਮ ਹੁੰਦਾ ਹੈ, ਤਾਂ ਉਹਦੇ ਲਈ ਵੀ ਬਹੁਤ ਰਿਸਰਚ ਕਰਨੀ ਪੈਂਦੀ ਹੈ, ਤੇ ਇੱਕਦਮ ਤੁਹਾਡੀ ਰਾਤ ਵੀ ਹੋ ਚੁੱਕੀ ਹੈ। ਤਾਂ ਥੈਂਕ ਯੂ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਸਮਾਂ ਕੱਢ ਕੇ ਇਸ ਸਮੇਂ ਪਹੁੰਚੇ ਹੋ ਜੀ। ਬਹੁਤ ਬਹੁਤ ਮਿਹਰਬਾਨੀ। ਔਰ ਮੈਂ ਸਮਝਦਾ ਵੀ ਤੁਸੀਂ ਬੜਾ ਸੁਚੱਜਾ ਉਪਰਾਲਾ ਕੀਤਾ ਹੈ, ਕਿਉਂਕਿ ਬਹੁਤ ਵਾਰ ਕੌਮਾਂ ਦਾ ਭਵਿੱਖ ਉਹਨਾਂ ਦੇ ਪਾਸਟ ਜਾਂ ਮਾਜ਼ੀ ਨਾਲ ਜੁੜਿਆ ਹੁੰਦਾ ਹੈ, ਔਰ ਜੋ 73 ਸਾਲ ਬੀਤੇ ਨੇ ਸੋ ਕਾਲਡ ਆਜ਼ਾਦੀ ਦੇ ਨਾਂ ਥੱਲੇ, ਉਸ ਤੋਂ ਪਹਿਲਾਂ ਕੌਮ ਦੀ ਹਾਲਤ ਕੀ ਸੀ, ਗਲਤ ਜਿੱਥੇ ਅਸੀਂ 73 ਸਾਲ ਤੋਂ ਜੋ ਤਜਰਬਾ ਕੀਤਾ ਹੈ, ਭਵਿੱਖ 'ਚ ਅਸੀਂ ਕਿੱਧਰ ਨੂੰ ਜਾਣਾ ਹੈ। ਮੈਂ ਸਮਝਦਾ ਵੀ ਜਿਵੇਂ ਤੁਸੀਂ ਦੱਸਿਆ ਹੈ ਸ਼ੁਰੂਆਤੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਤੁਸੀਂ ਅੱਡ-ਅੱਡ ਸ਼ੋਬਿਆਂ ਦੇ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹੋ। ਸੋ ਮੇਰੇ ਲਈ ਫਖਰ ਵਾਲੀ ਗੱਲ ਹੈ ਕਿ ਤੁਸੀਂ ਆਲ ਦਾ ਵੇ ਇੱਕ ਵਾਰ ਨਿਊਯਾਰਕ ਆਏ, ਵਰਲਡ ਸਿੱਖ ਪਾਰਲੀਮੈਂਟ ਦੇ ਵੇਲੇ 1 to 1 ਵੀ ਮੁਲਾਕਾਤ ਦਾ ਮੌਕਾ ਬਣਿਆ, ਔਰ ਤੁਸੀਂ ਬਹੁਤ ਚੰਗਾ ਇਹ ਐਫਰਟ ਕਰ ਰਹੇ ਹੋ ਤਾਂ ਕਿ ਸਾਡਾ ਬਹੁਤ ਵਾਰ ਜਿਹੜੀ ਅਗਿਆਨਤਾ ਹੈ, ਇਗਨੋਰੈਂਸ ਸਭ ਤੋਂ ਵੱਡਾ ਦੁਸ਼ਮਣ ਹੁੰਦਾ। ਔਰ ਮੈਂ ਸਮਝਦਾ ਵੀ ਇੱਕ ਬਦਕਿਸਮਤੀ ਹੈ ਵੀ ਸਾਡੀ ਕੌਮ ਦੇ ਵੱਡੇ ਹਿੱਸੇ 'ਚ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਔਰ ਇਹ ਵੀ ਇੱਕ ਕਾਰਨ ਹੈ ਕਿ ਜਾਣਕਾਰੀ ਦੀ ਘਾਟ ਹੋਣ ਕਰਕੇ ਬਹੁਤ ਵਾਰ ਅਸੀਂ ਆਪਣੇ ਫੈਸਲੇ ਸਿਰਫ ਤੇ ਸਿਰਫ ਜਜ਼ਬਾਤ ਦੇ ਸਿਰ ਤੇ ਹੀ ਬਣਾਉਂਦੇ ਹਾਂ, ਔਰ ਉਹ ਬਹੁਤ ਵਾਰ ਗਲਤ ਸਾਬਤ ਹੋਏ ਨੇ। ਸੋ ਤੁਹਾਡਾ ਬੜਾ ਵੈਲਕਮ ਐਫਰਟ ਹੈ ਜੋ ਤੁਸੀਂ ਕਰ ਰਹੇ ਹੋ। ਥੈਂਕ ਯੂ ਜੀ। ਅਸੀਂ ਇਹੀ ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕਾਉਂਸਲ ਦੇ ਸਹਿਯੋਗ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਲੀਕ ਰਹੇ ਹਾਂ, ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਉੱਥੋਂ ਵੀ ਜਿਹੜੇ ਸਿੰਘ ਸਪੋਰਟ ਕਰ ਰਹੇ ਨੇ ਬੈਕਗਰਾਊਂਡ ਦੇ ਵਿੱਚ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਾਂਗੇ ਕਿ ਤੁਸੀਂ ਇੱਕ ਸਾਨੂੰ ਪਹਿਲਾਂ ਬਰੀਫ ਜੀ ਦੱਸੋ, ਕਿਉਂਕਿ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਕਿ ਜੋ 1947 ਦਾ ਵਰਤਿਆ ਸੀਗਾ, ਉਹ ਇੱਕ ਜਿਹੜਾ ਪੋਲੀਟੀਕਲ ਸਿਨਾਰੀਓ ਚੱਲਿਆ, ਤਾਂ ਉਹ ਔਰ ਅੱਜ ਦਾ ਜਿਹੜਾ ਇੱਕ ਖਾਲਿਸਤਾਨ ਮੂਵਮੈਂਟ ਚੱਲਦੀ ਹੈ, ਤਾਂ ਪੂਰੇ ਵਿਦੇਸ਼ਾਂ ਦੇ ਵਿੱਚ ਡਾਇਸਪੋਰਾ ਜਿਹੜਾ ਸਿੱਖ ਲੈ ਕੇ ਚੱਲ ਰਿਹਾ ਆ, ਔਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਨੌਜਵਾਨ ਹੈ ਉਹ ਵੀ ਉਹਦੇ ਨਾਲ ਜੁੜਿਆ ਹੋਇਆ ਆ। ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਕਿੱਦਾਂ ਇੰਟਰਕਨੈਕਟਡ ਹੈ ਤੇ ਇਹਦੀਆਂ ਕਿੱਦਾਂ ਜੜ੍ਹਾਂ ਜਿਹੜੀਆਂ ਨੇ ਉਹ ਪਿੱਛੇ ਬੈਠੀਆਂ ਹੋਈਆਂ ਨੇ, ਕਿਉਂਕਿ ਬਹੁਤ ਸਾਰੇ ਲੋਕ ਸਿਰਫ ਅੱਜ ਦੇ ਸੰਦਰਭ ਦੇ ਵਿੱਚ ਹੀ ਸਾਨੂੰ ਬਲੇਮ ਕਰਦੇ ਨੇ, ਜਿਹੜੇ ਬਾਹਰ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਫਿਰ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਨੇ, ਉਹਨਾਂ ਨੂੰ ਬਲੇਮ ਕਰਦੇ ਨੇ ਕਿ ਭਾਈ ਤੁਹਾਡਾ ਤਾਂ ਸਿੱਖ ਪ੍ਰਧਾਨ ਮੰਤਰੀ ਵੀ ਰਿਹਾ ਆ, ਬੜਾ ਕੁਛ ਉਹ ਪਿਛਲੇ ਜੋ 70-75 ਸਾਲਾਂ ਦੇ ਵਿੱਚ ਹੋਇਆ ਉਹਨੂੰ ਸਾਨੂੰ ਕਨੈਕਟ ਕਰਦੇ ਨੇ, ਉਹਨੂੰ ਵੀ ਕਰਾਂਗੇ। ਬਟ ਬਰੀਫ ਦੇ ਵਿੱਚ ਤੁਸੀਂ ਪਹਿਲਾਂ ਸਾਨੂੰ ਜਿਹੜਾ 47 ਦਾ ਦੱਸੋ ਕਿ ਵਰਤਾਰਾ, ਕਿ ਅਸੀਂ ਇਹਨੂੰ ਕਿੱਦਾਂ ਅਸੀਂ 47 ਦੇ ਸੰਦਰਭ ਦੇ ਵਿੱਚ ਕਿੱਦਾਂ ਦੇਖ ਸਕਦੇ
ਦੇਖੋ, ਮੈਂ ਸਮਝਦਾ ਵੀ ਕਿਸੇ ਇਸ਼ੂ ਨੂੰ ਸਮਝਣ ਦੇ ਲਈ ਜਿਨ੍ਹਾਂ ਨੂੰ ਅਸੀਂ ਫੰਡਾਮੈਂਟਲਸ ਕਹਿੰਦੇ ਹਾਂ ਜਾਂ ਮੂਲਭੂਤ ਸਿਧਾਂਤ, ਇਹ ਕਿਸੇ ਸੰਸਥਾ ਦੇ ਹੋਣ, ਕਿਸੇ ਕੌਮ ਦੇ ਹੋਣ ਜਾਂ ਕਿਸੇ ਨੇਸ਼ਨ ਦੇ ਹੋਣ, ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਜਿਹੜੀ ਨਿਰੋਲ ਗਾਡੀ ਰਾਹ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਵਿਚਾਰਧਾਰਾ ਦਿੱਤੀ, ਉਸ ਦੇ ਵਿੱਚ ਗੁਲਾਮੀ, ਉਹ ਬੇਸ਼ੱਕ ਜ਼ਬਾਨ ਦੇ ਹਵਾਲੇ ਨਾਲ ਸੀ, ਪਹਿਰਾਵੇ ਦੇ ਹਵਾਲੇ ਨਾਲ ਸੀ, ਖੁਰਾਕ ਦੇ ਹਵਾਲੇ ਨਾਲ ਸੀ, ਜਾਂ ਜ਼ਾਬਰ ਨੂੰ, ਉਸ ਜ਼ੁਲਮ ਕਰਨ ਵਾਲੇ ਨੂੰ ਸਿਰਫ ਸਿਰ ਸੁੱਟ ਕੇ ਉਹਦੇ ਅੱਗੇ ਆਪਣਾ ਆਪਾ ਅਰਪਣ ਕਰ ਦੇਣ ਦੀ ਲਾਈਨ ਦੀ ਸੀ। ਉਹਨੂੰ ਸਭ ਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ। ਪਹਿਰਾਵੇ ਦੇ ਬਾਰੇ ਅਸੀਂ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਦੇ ਥੱਲੇ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਗੁਲਾਮੀ ਦਾ ਸਿੰਪਟਮ ਆਇਡੈਂਟੀਫਾਈ ਕੀਤਾ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਜ਼ਬਾਨ ਦੀ ਗੁਲਾਮੀ ਨੂੰ ਸਾਹਮਣੇ ਲਿਆਂਦਾ। ਔਰ ਬਾਬਰ ਨੂੰ ਵੰਗਾਰਦੇ ਆ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਇਹ ਡਿਊਲ ਦੀ ਗੱਲ ਕੀਤੀ ਜਿਹੜੀ ਅਨਈਵਨਸ ਦੇ ਵਿਚਾਲੇ ਹੈ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਬੇਸ਼ੱਕ ਖਾਲਸਾ ਕਾਨਸੈਪਟ ਦੇ ਨਾਲ ਪੋਲੀਟੀਕਲ ਫਰੀडम ਦੀ ਗੱਲ ਕਰਦੀ ਹੈ ਜਾਂ ਅਜੋਕੇ ਕੰਟੈਕਸਟ ਦੀ ਗੱਲ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਰਾਜ ਯੋਗ ਦੇ ਕਾਨਸੈਪਟ ਨੂੰ ਦਿੰਦੇ ਨੇ, ਜਿਸ ਨੂੰ 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਅਸੀਂ ਮੀਰੀ ਪੀਰੀ ਦੇ ਨਾਲ ਸੰਬੋਧਨ ਕਰਦੇ ਹਾਂ, ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਹੋਣ ਚਾਣ ਦੇ ਨਾਲ ਸੱਚ, ਹੱਕ, ਇਨਸਾਫ ਦਾ ਤਖਤ ਐਸਟੈਬਲਿਸ਼ ਹੁੰਦਾ ਹੈ, ਜਾਂ 10ਵੇਂ ਪਾਤਸ਼ਾਹ ਦੇ ਖਾਲਸਾ ਕਾਨਸੈਪਟ ਦੇ ਮੁਕੰਮਲ ਹੋਣ ਦੇ ਨਾਲ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ। ਹੁਣ ਇਸ ਸਾਰੇ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਖਾਲਸਾ ਸਾਜਨਾ ਤੱਕ ਲਗਭਗ 233 ਸਾਲ ਦਾ ਇਹ ਪੀਰੀਅਡ ਹੈ, ਔਰ ਖਾਲਸਾ ਫਾਰਮ ਦੇ ਵਿੱਚ ਇਹ ਮੁਕੰਮਲ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਇਹ ਫਰਮਾਉਂਦੇ ਨੇ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਇਹ ਡਿਫਾਈਨ ਹੋ ਜਾਂਦਾ ਹੈ ਕਿ ਜਿਹੜੀ ਰਾਜ ਸੱਤਾ ਹੈ, ਪੋਲੀਟੀਕਲ ਪਾਵਰ ਹੈ, ਇਹ ਸਿਰਫ ਕੁਝ ਜ਼ਿਲ੍ਹਿਆਂ ਦੇ ਮੁਖੀ ਦਾ ਪੱਗ ਵਾਲਾ ਹੋਣਾ ਜਾਂ ਕਿਸੇ ਦਾ ਹੋਣਾ ਇਹਦੇ ਨਾਲ ਡਿਫਾਈਨ ਨਹੀਂ ਹੁੰਦੀ। ਉਹ ਤਾਂ ਬੰਦਾ ਕਹਿ ਸਕਦਾ ਹੈ ਕਿ 1966 ਚ ਜਿਹੜਾ ਹੈ ਉਹ ਪੰਜਾਬੀ ਸੂਬਾ ਬਣਦਾ ਔਰ 50 ਸਾਲ ਚ ਪਿਛਲੇ ਚ ਕਦੇ ਵੀ ਕੋਈ ਗੈਰ ਸਿੱਖ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਰਿਹਾ। ਮਨਮੋਹਨ ਸਿੰਘ ਪੱਗ ਵਾਲਾ ਸਾਰੇ ਭਾਰਤ ਦਾ ਜਿਹੜਾ ਦੁਨੀਆ ਦਾ ਇੱਕ ਵੱਡਾ ਦੇਸ਼ ਹੈ ਉਹਦਾ 10 ਸਾਲ ਪ੍ਰਧਾਨ ਮੰਤਰੀ ਰਿਹਾ। ਜੇ ਇਹਨੂੰ ਤੁਸੀਂ ਸਿਰਫ ਇੱਕ ਫਿਜ਼ੀਕਲ ਫਾਰਮ ਦੇ ਰਾਜ ਨਾਲ ਜੋੜਨਾ ਹੋਏ, ਪਰ ਇਹ ਗੱਲ ਬੜੀ ਸਪਸ਼ਟ ਸੀ ਕਿ ਜਦੋਂ ਅਸੀਂ ਦੇਗ ਤੇਗ ਜਗ ਮੈਂ ਦਊ ਚਲੇ ਦੀ ਗੱਲ ਕਰਦੇ ਹਾਂ ਤੇ ਤੇਗ ਤੋਂ ਪਹਿਲਾਂ ਦੇਗ ਦੀ ਗੱਲ ਹੈ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ, ਜਿੱਥੇ ਕੋਈ ਭੁੱਖਾ ਨਾ ਹੋਏ, ਜਿੱਥੇ ਮੁੱਢਲੀਆਂ ਲੋੜਾਂ, ਜੇ ਅਸੀਂ ਪਹਿਲਾ ਸਿੱਖ ਰਾਜ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ 1710 ਦੇ ਵਿੱਚ ਐਸਟੈਬਲਿਸ਼ ਹੁੰਦਾ ਹੈ ਤੇ ਜਿਹਦੇ ਥੱਲੇ ਪਹਿਲਾ ਜਿਹੜੀ ਪ੍ਰੋਕਲੇਮੇਸ਼ਨ ਆਰਡਰ ਕੱਢਿਆ ਜਾਂਦਾ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਤੇ ਇਹ ਆਰਡਰ ਇਸ ਸਟੈਂਪ ਦੇ ਥੱਲੇ ਹੈ ਕਿ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਨੁਸਰਤ ਬੇਦਰੰਗ ਅਨਹਿੰਡਰਡ ਸਪਲਾਈਜ਼ ਅਟੁੱਟ ਬਖਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਕਿਉਂਕਿ ਇਹ ਬੜਾ ਜ਼ਰੂਰੀ ਹੈ ਕਾਨਸੈਪਟ ਨੂੰ ਸਮਝਣਾ ਕਿ ਖਾਲਿਸਤਾਨ ਦਾ ਕਨਸੈਪਟ ਮਹਿਜ਼ 20-22 ਜ਼ਿਲ੍ਹਿਆਂ ਦੀ ਇੱਕ ਪੋਲੀਟੀਕਲ ਐਂਟੀਟੀ ਦਾ ਨਾਂ ਨਹੀਂ ਹੈ, ਇਹ ਉਸ ਸਿਧਾਂਤ ਦੀ ਗੱਲ ਹੈ ਜਿਹਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਐਸਟੈਬਲਿਸ਼ ਕੀਤਾ। ਫਿਰ ਸਟਰਗਲ ਦਾ ਦੌਰ ਸ਼ੁਰੂ ਹੋਇਆ, ਘੱਲੂਘਾਰੇ ਵਾਪਰੇ, ਮਿਸਲਾਂ ਦਾ ਦੌਰ ਆਇਆ। ਮਿਸਲਾਂ ਦੇ ਪੀਰੀਅਡ 'ਚ ਵੀ ਇਹ ਸੀ ਕਿ ਭਾਈ ਅਲਟੀਮੇਟਲੀ ਹਰ ਇੱਕ ਦੀਆਂ ਲੋੜਾਂ ਪੂਰੀਆਂ ਕਰਨੀਆਂ, ਪ੍ਰੋਟੈਕਸ਼ਨ ਦੇਣੀ, ਇਕਨੋਮਿਕਲ ਪ੍ਰੋਸਪੈਰਿਟੀ। ਔਰ ਉਸ ਪੀਰੀਅਡ ਦਾ ਮਤਾ ਜਿਹੜਾ ਹੁੰਦਾ ਹੈ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ। ਹੁਣ ਜ਼ਾਹਰ ਹੈ ਦੱਖਣ ਤੋਂ ਆਉਣ ਵਾਲੇ ਮਰਾਠੇ ਸਨ ਜਿਹੜੇ 18ਵੀਂ ਸਦੀ ਜਿਨ੍ਹਾਂ ਨੇ ਪੰਜਾਬ ਤੇ ਆਪਣਾ ਕਬਜ਼ਾ ਕਰਨਾ ਚਾਹਿਆ, 2 ਸਾਲ ਰਹੇ ਵੀ, ਔਰ ਪੱਛਮ ਚੋਂ ਆਉਣ ਵਾਲੇ ਸਦੀਆਂ ਤੋਂ ਹਮਲਾਵਰ ਸੀ ਜਿਹੜੇ ਦਰਾ ਖੈਬਰ ਤੋਂ ਕ੍ਰਾਸ ਕਰਕੇ ਆਂਦੇ ਸੀ। ਔਰ ਲੇਟੈਸਟ ਜਿਹੜਾ ਹੈ ਅਹਿਮਦ ਸ਼ਾਹ ਅਬਦਾਲੀ ਦਾ ਉਸ ਵੇਲੇ ਦੌਰਾ ਸੀ, ਜਿਹਦੇ ਬਾਰੇ ਬੁੱਲੇ ਸ਼ਾਹ ਨੇ ਕਿਹਾ ਕਿ ਖਾਦਾ ਪੀਤਾ ਲਾਇਦਾ ਰਹਿੰਦਾ ਅਹਿਮਦ ਸ਼ਾਹ ਦਾ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਬੇਸ਼ੱਕ ਨੰਬਰ ਵਾਈਜ਼
ਸਿੱਖ ਕਦੇ ਵੀ ਹੁਣ ਦੇ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ 1966 ਤੋਂ ਪਹਿਲਾਂ ਕਦੇ ਵੀ ਪੰਜਾਬ 'ਚ ਸਿੱਖ ਮੈਜੋਰਿਟੀ ਤਾਂ ਦੂਰ ਦੀ ਗੱਲ, ਈਵਨ ਸਿੱਖ ਰਾਜ ਦੇ ਵੇਲੇ ਵੀ ਔਰ 47 ਦੀ ਵੰਡ ਵੇਲੇ ਵੀ ਅਸੀਂ 12.5-13% ਸਾਂ ਉਸ ਵੇਲੇ ਪੰਜਾਬ ਦੀ ਪੋਪੂਲੇਸ਼ਨ ਦਾ। ਹਾਲਾਂਕਿ ਕਿਉਂਕਿ ਸਿੱਖਾਂ ਨੂੰ ਅੰਗਰੇਜ਼ਾਂ ਨੇ ਸੈਪਰੇਟ ਇਲੈਕਟੋਰੇਟ ਦਿੱਤਾ ਸੀ, ਮਤਲਬ ਸਿੱਖ ਨੁਮਾਇੰਦੇ ਆਪਣੀਆਂ ਵੋਟਾਂ ਦੇ ਨਾਲ ਆਪਣਾ ਬੰਦਾ ਚੁਣਦੇ ਸੀ, ਜਿਵੇਂ ਮੁਸਲਮਾਨਾਂ ਦਾ ਸੈਪਰੇਟ ਇਲੈਕਟੋਰੇਟ ਸੀ, ਤੇ ਉਹਦੇ ਚ ਸਾਨੂੰ ਪੰਜਾਬ ਚ ਰਿਪਰੈਜ਼ੈਂਟੇਸ਼ਨ 19% ਦੇ ਨੇੜੇ ਤੇੜੇ ਸੀ। ਬੇਸ਼ੱਕ ਆਬਾਦੀ ਸਾਡੀ 12-13% ਸੀ, ਸੋ ਸਾਨੂੰ ਪੋਲੀਟੀਕਲ ਸਟਰਕਚਰ ਦੇ ਵਿੱਚ ਵੇਟੇਜ ਸੀ ਪੰਜਾਬ ਦੇ ਵਿੱਚ, ਔਰ ਇਕਨੋਮਿਕਲ ਪ੍ਰੋਸਪੈਰਿਟੀ ਦੇ ਲਿਹਾਜ਼ ਨਾਲ ਅਸੀਂ 34-35% ਰੈਵਨਿਊ ਦਿੰਦੇ ਸੀ ਪੰਜਾਬ ਦਾ। ਜ਼ਮੀਨਾਂ ਸਾਡੇ ਕੋਲ ਆਪਣੀ ਆਬਾਦੀ ਨਾਲੋਂ 3 ਗੁਣਾ ਜ਼ਿਆਦਾ ਸੀ, ਔਰ ਇਕਨੋਮਿਕਲੀ ਜਿਵੇਂ ਫੌਜ ਦੇ ਵਿੱਚ ਸਾਡਾ ਵੱਡਾ ਹਿੱਸਾ ਸੀ। ਔਰ ਪੰਜਾਬ ਦੇ ਵਿੱਚ ਸਿੱਖ ਕੌਮ ਇਹਦੇ ਬਾਵਜੂਦ ਕਿ ਇੱਕ ਪਾਸੇ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਦੇ ਰਹੇ ਸਾਂ, ਪਰ ਇਹਦੇ ਬਾਵਜੂਦ ਪੰਜਾਬ ਦੇ ਵਿੱਚ ਅਸੀਂ ਇੱਕ ਮਾਈਨੋਰਿਟੀ ਹੁੰਦਿਆਂ ਹੋਇਆਂ ਵੀ, ਹਾਲਾਂ ਹਿੰਦੂ 30-35% ਪਹੁੰਚ ਜਾਂਦੇ ਸੀ, ਮੁਸਲਮਾਨ 55% ਸੀ, ਕਿਉਂਕਿ ਜਿਹੜੀ 1947 ਦੀ ਵੰਡ ਹੁੰਦੀ ਹੈ ਉਹਦਾ ਕ੍ਰਾਈਟੇਰੀਆ 1941 ਦੀ ਸੈਂਸਸ ਸੀ, ਮਰਦਮਸ਼ੁਮਾਰੀ ਸੀ ਲੇਟੈਸਟ, ਔਰ ਅਸੀਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਵੀ ਮੈਜੋਰਿਟੀ 'ਚ ਨਹੀਂ ਸਾਂ। 2 ਤਹਿਸੀਲਾਂ, ਇੱਕ ਤਹਿਸੀਲ ਤਰਨਤਾਰਨ ਔਰ ਇੱਕ ਤਹਿਸੀਲ ਮੋਗਾ, ਜਿਨ੍ਹਾਂ ਦੇ ਵਿੱਚ ਸਾਡੀ ਮੈਜੋਰਿਟੀ ਸੀ। ਲੇਕਿਨ ਇਹਦੇ ਬਾਵਜੂਦ ਸਾਡੇ ਕੋਲ ਲੀਵਰੇਜ ਸੀ, ਜਿਵੇਂ ਫੌਜ ਦੇ ਵਿੱਚ ਵੱਡੀ ਗਿਣਤੀ। 1852 ਚ ਸਾਡੇ ਮਾਈਨਰ ਰਾਜੇ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੇ ਗਾਰਡੀਅਨ ਬਣ ਕੇ ਰਾਜ ਲਿਆ ਸੀ। ਉਹਨਾਂ ਦੀ اخلاقی ਜ਼ਿੰਮੇਵਾਰੀ ਸੀ ਕਿ ਜਦੋਂ ਉਹ ਮੇਜਰ ਹੋਇਆ 18 ਸਾਲ ਦਾ, ਉਹਦੇ ਹਵਾਲੇ ਕਰ ਦਿਓ ਉਹਨੂੰ, ਤਾਂ ਈਸਾਈ ਬਣਾ ਕੇ ਉਹ ਇੰਗਲੈਂਡ ਲੈ ਗਏ। ਔਰ ਇਸ ਸਭ ਦੇ ਬਾਵਜੂਦ 98 ਸਾਲ ਭਾਵੇਂ ਅਸੀਂ 1849 ਤੋਂ 1947 ਤੱਕ ਸੀ, ਪਰ ਅਸੀਂ ਤੀਸਰੀ ਧਿਰ ਸੀ। ਇਸੇ ਲਈ ਜਿਹੜੀਆਂ ਰਾਉਂਡ ਟੇਬਲ ਕਾਨਫਰੰਸਿਸ ਇੰਗਲੈਂਡ 'ਚ ਹੋਈਆਂ, 1931-32 ਦੇ ਵਿੱਚ ਹੋਈ, 1940 ਸੋ ਸਿੱਖਾਂ ਨੂੰ ਵੀ, ਜੇ ਹਿੰਦੂਆਂ ਦੀ ਨੁਮਾਇੰਦਗੀ ਇੰਡੀਅਨ ਨੈਸ਼ਨਲ ਕਾਂਗਰਸ ਕਰਦੀ ਸੀ, ਮੁਸਲਮਾਨਾਂ ਦੀ ਨੁਮਾਇੰਦਗੀ ਮੁਸਲਿਮ ਲੀਗ ਕਰਦੀ ਸੀ, ਸਿੱਖਾਂ ਦੀ ਨੁਮਾਇੰਦਗੀ ਅਕਾਲੀ ਦਲ ਕਰਦਾ ਸੀ, ਸਾਡੇ ਨੁਮਾਇੰਦੇ ਗੋਲਮੇਜ਼ ਕਾਨਫਰੰਸਾਂ ਦਾ ਹਿੱਸਾ ਸੀ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਸਾਡੀ ਕਿਵੇਂ ਉਸ ਦੌਰ ਦੀ ਨਾਅਹਿਲ ਲੀਡਰਸ਼ਿਪ, ਜਿਹੜੀ ਕਿ ਉਸ ਸਾਰੀ ਗੇਮ ਨੂੰ, ਜਿਹੜੀ ਵਸਾਤ ਕਾਂਗਰਸ ਨੇ ਵਿਛਾਈ, ਮੁਹੰਮਦ ਅਲੀ ਜਿਨ੍ਹਾਂ ਤਾਂ ਉਹਦੇ ਚੋਂ ਨਿਕਲ ਗਏ, ਉਹਨਾਂ ਨੇ ਤਾਂ ਸਮਝ ਲਿਆ ਕਿ ਭਾਈ ਇਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਆਪਣਾ ਕਮਿਊਨਲਿਜ਼ਮ ਇਹਨਾਂ ਨੇ ਲੁਕਾਇਆ ਹੋਇਆ ਹੈ। ਔਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹਨਾਂ ਨੇ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਰਾਹੀਂ ਪਾਕਿਸਤਾਨ ਦੇ ਕਨਸੈਪਟ ਨੂੰ ਫਲੋਟ ਕੀਤਾ, ਔਰ 7 ਸਾਲ ਦੇ ਵਿੱਚ ਉਹਨਾਂ ਨੇ ਉਹ ਹਾਸਲ ਕੀਤਾ। ਸਾਡੀ ਲੀਡਰਸ਼ਿਪ, ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਮਤਾ ਵੀ 1946 ਚ ਕੀਤਾ, ਅਲੱਗ ਸਟੇਟ ਹੋਣੀ ਚਾਹੀਦੀ ਹੈ, ਔਰ ਲੀਡਰ ਵੀ ਬਿਆਨਬਾਜ਼ੀਆਂ ਕਰਦੇ ਰਹੇ, ਪਰ ਉਹ ਇਸ ਕਿਸਮ ਦਾ ਸੀ ਕਿ ਜੀ ਪਾਕਿਸਤਾਨ ਨਹੀਂ ਬਣਨਾ ਚਾਹੀਦਾ, ਜੇ ਬਣਨਾ ਤੇ ਫਿਰ ਖਾਲਿਸਤਾਨ ਜ਼ਰੂਰ ਬਣੇ ਜਾਂ ਸਿੱਖ ਸਟੇਟ ਜ਼ਰੂਰ ਬਣੇ, ਪਰ ਉਹਦੇ ਲਈ ਕੋਈ ਬਲੂਪ੍ਰਿੰਟ, ਕੋਈ ਲਾਈਨ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਭਾਈ ਅਸੀਂ ਕਿਤੇ ਮੈਜੋਰਿਟੀ 'ਚ ਨਹੀਂ ਸੀ, ਪਰ ਇਜ਼ਰਾਈਲ ਦਾ ਮਾਡਲ ਸਾਡੇ ਸਾਹਮਣੇ ਹੈ ਕਿ ਇਜ਼ਰਾਈਲ ਜਦੋਂ ਬਣਦੇ, ਇਜ਼ਰਾਈਲ ਦੇ ਵਿੱਚ ਉਸ ਤੋਂ ਪਹਿਲਾਂ ਯਹੂਦੀ 20% ਵੀ ਨਹੀਂ ਸੀ। ਲੇਕਿਨ ਜਦੋਂ ਇੱਕ ਵਾਰੀ ਕਨਸੈਪਟ ਮੁਲਕ ਦਾ ਮੰਨ ਲਿਆ ਗਿਆ ਕਿ ਭਾਈ ਇਜ਼ਰਾਈਲ ਬਣੇਗਾ, ਫਿਰ ਦੁਨੀਆ ਭਰ ਚੋਂ ਆ ਕੇ ਉਹ ਯੂਕਰੇਨ ਹੋਏ, ਰਸ਼ੀਆ ਹੋਏ, ਪੋਲੈਂਡ ਹੋਏ, ਯੂਰਪ ਹੋਏ, ਇਥੋਪੀਆ ਹੋਏ, ਅਫਰੀਕਾ ਦੇ ਬਾਕੀ, ਉੱਥੋਂ ਆ ਕੇ ਯਹੂਦੀ ਵਸੇ। ਔਰ ਅੱਜ ਵੀ ਜਿਹੜਾ ਇਜ਼ਰਾਈਲ ਮੁਲਕ ਹੈ ਉਹ 8000 ਸਕੁਅਰ ਮਾਈਲ ਦੇ ਨੇੜੇ ਤੇੜੇ ਉਹਦੀ ਸਾਰੀ ਟੈਰੀਟਰੀ ਹੈ, ਔਰ 6.5 ਮਿਲੀਅਨ ਉਹਨਾਂ ਦੀ ਆਬਾਦੀ ਹੈ। ਔਰ ਉਹਨਾਂ ਦਾ ਕਲੇਮ ਉਹ ਤਾਂ 2000 ਸਾਲ ਪਹਿਲਾਂ ਨਾਲ ਜੋੜਦੇ ਸੀ ਜੀ, ਇਹ ਸਾਡੀ ਇਹ ਫਾਦਰਲੈਂਡ ਸੀ। ਸਾਡਾ ਕਲੇਮ ਤਾਂ 98 ਸਾਲ ਪਹਿਲਾਂ ਦਾ ਸੀ, ਔਰ ਪੰਜਾਬ 'ਚ ਅਸੀਂ ਇੱਕ ਪਾਵਰਫੁਲ ਧਿਰ ਸੀ। ਅੰਗਰੇਜ਼ਾਂ 'ਚ ਵੀ ਗੁੱਡਵਿਲ ਸੀ, ਸੈਕੰਡ ਵਰਲਡ ਵਾਰ ਤਾਜ਼ਾ ਖਤਮ ਹੋਇਆ ਸੀ, ਸਿੱਖਾਂ ਦੀਆਂ ਕੁਰਬਾਨੀਆਂ ਦੀ ਕਹਾਣੀ ਸੁਣਾਈ ਜਾ ਰਹੀ ਸੀ। ਪਰ ਮੈਂ ਸਮਝਦਾ ਵੀ ਇਹਦੇ ਬਾਰੇ ਮੈਂ ਅਕਸਰ ਉਰਦੂ ਦਾ ਇੱਕ ਕਪਲੇਟ ਬਿਆਨਦਾ ਹੈ ਕਿ वो वक्त भी देखा तारीख की घड़ियों ने जब लम्हों ने खता की सदियों ने सजा पाई। ਉਹ ਸਾਡੀ ਉਸ ਦੌਰ ਦੀ ਨਾਅਹਿਲ ਲੀਡਰਸ਼ਿਪ, ਜੇ ਬੇਈਮਾਨ ਨਾ ਵੀ ਕਹੀਏ, ਨਾਅਹਿਲ ਸਨ ਕਿ ਜਿਨ੍ਹਾਂ ਨੇ ਉਸ ਮੌਕੇ ਨੂੰ ਗਵਾਇਆ। ਪਰ ਇਹਨਾਂ ਪਿਛਲੇ 73 ਸਾਲਾਂ ਦੀ ਕਹਾਣੀ, ਕਿਉਂਕਿ 15 ਅਗਸਤ 1947 ਦਾ ਦਿਨ ਜਦੋਂ ਕਿ ਹੁਣ ਮੋਦੀ ਐਡਰੈਸ ਕਰੇਗਾ ਲਾਲ ਕਿਲੇ ਦੀ ਉਸ ਫਸੀਲ ਤੋਂ, ਉਹ ਬੜੇ ਆਪਣੀ ਜਿਹੜੀਆਂ ਪ੍ਰਾਪਤੀਆਂ ਨੇ ਤਾਜ਼ਾ ਪਿਛਲੇ ਸਾਲ ਆਰਟੀਕਲ 370 ਖਤਮ ਕੀਤਾ ਹੈ,
ਹੁਣੇ ਹੀ ਬਾਬਰੀ ਮਸਜਿਦ ਢਾਹ ਕੇ ਜਿਹੜੀ 6 ਦਸੰਬਰ 1992 ਨੂੰ ਢਾਈ ਮੰਦਿਰ ਬਣਾਇਆ, ਉਹ ਆਪਣੀਆਂ ਪ੍ਰਾਪਤੀਆਂ, ਹਿੰਦੂ ਗੌਰਵ, ਹਿੰਦੂ ਰਾਸ਼ਟਰ ਦੀ ਗੱਲ ਕਰੇਗਾ। ਪਰ ਬਦਕਿਸਮਤੀ ਨਾਲ ਸਾਡੇ ਕੋਲ ਅੰਗਰੇਜ਼ਾਂ ਦੀ 98 ਸਾਲ ਦੀ ਉਸ ਰਾਜ ਦੀ ਜਿਹੜੀ ਉਹਨਾਂ ਦੀ ਪਕੜ ਸੀ, ਉਹਦੇ ਦੌਰਾਨ ਕੁਰਬਾਨੀਆਂ ਦਾ ਇਤਿਹਾਸ ਜ਼ਰੂਰ ਹੈ, ਗਿਲੇ ਸ਼ਿਕਵੇ ਵੀ ਨੇ ਆਪਣੀ ਲੀਡਰਸ਼ਿਪ ਤੇ। ਪਰ ਜੇ ਸਾਡੀ ਉਹ ਇਸ ਤਰਾਸਦੀ ਨੂੰ ਬਿਆਨਣਾ ਹੋਏ ਤੇ ਫਿਰ ਪਿਆਰਾ ਸਿੰਘ ਨਿਰਛਲ ਇੱਕ ਸਟੇਜੀ ਕਵੀ ਹੋਏ ਨੇ। ਉਹ ਅਕਸਰ ਮੰਜੀ ਸਾਹਿਬ ਦੇ ਦੀਵਾਨਾਂ 'ਚ ਜਦੋਂ ਜਥੇ ਰਵਾਨਾ ਹੁੰਦੇ ਸੀ ਆਪਣੀ ਨਜ਼ਮ ਸੁਣਾਉਂਦੇ ਸੀ। ਉਹਨਾਂ ਦੀ ਨਜ਼ਮ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਸੋ ਅਸੀਂ ਉਹਨਾਂ ਸਾਰੀ ਕਹਾਣੀਆਂ ਚੋਂ ਉਦੋਂ ਵੀ ਲੂਜ਼ਰ ਸੀ, ਔਰ ਅੱਜ 73 ਸਾਲ ਬਾਅਦ ਅਸੀਂ ਇਸ ਮੁਕਾਮ ਤੇ ਆ ਕੇ ਖਲੋਤੇ ਹਾਂ ਕਿ ਅਸੀਂ ਸਾਰੇ ਤਜਰਬੇ ਕਰਕੇ ਦੇਖ ਲਏ। ਔਰ ਮੈਂ ਉਸ ਸ਼੍ਰੇਣੀ ਨੂੰ, ਉਸ ਕਲਾਸ ਨੂੰ, ਜਿਹੜੇ ਅੱਜ ਵੀ ਖਾਲਿਸਤਾਨ ਦੀ ਬਣਤਰ ਦੇ ਉੱਤੇ ਜਾਂ ਖਾਲਿਸਤਾਨ ਬਣਨਾ ਵੀ ਚਾਹੀਦਾ ਕਿ ਨਹੀਂ ਸਵਾਲ ਚੁੱਕਦੇ ਨੇ, ਮੈਂ ਸਮਝਦਾ ਹਾਂ ਵੀ ਜੇ ਤੁਸੀਂ ਈਵਨ ਇੱਕ ਜਿਹਨੂੰ ਡਿਸਪੈਸ਼ਨੇਟਲੀ ਇਸ ਸਾਰੀ ਡਿਬੇਟ ਨੂੰ ਦੇਖੋ, ਭਾਵੇਂ ਅਸੀਂ ਆਪਣੀ ਲੀਡਰਸ਼ਿਪ ਦੀ ਨਾਅਹਲੀਅਤ ਕਹਿੰਦੇ ਆ 47 ਦੇ ਦੌਰ ਨੂੰ, ਜਿਹੜੀ ਹੈ ਵੀ ਹੈ, ਪਰ ਜੇ ਇਹ ਵੀ ਮੰਨ ਲਓ ਕਿ ਉਹਨਾਂ ਨੇ ਵਿਦ ਆਲ ਦਾ ਹੋਪ ਕਿ ਜੀ ਬਜਾਏ ਅਸੀਂ ਇੱਕ ਛੋਟੇ ਜਿਹੇ ਖਿੱਤੇ 'ਚ ਮਹਿਦੂਦ ਹੋਈਏ, ਅਸੀਂ ਉਸ ਮੁਲਕ 'ਚ ਆ ਰਹੇ ਹਾਂ ਜਿਹੜਾ ਸੈਕੂਲਰ ਹੋਏਗਾ, ਏਡਾ ਵੱਡਾ ਮੁਲਕ ਜਿਹਦੇ 'ਚ ਸਾਨੂੰ ਮੌਕਾ ਮਿਲੇਗਾ ਤਰੱਕੀ ਕਰਨ ਦਾ, ਸਿੱਖ ਜਿਹੜੇ ਨੇ ਉਹ ਹਰ ਸ਼ੋਬੇ ਦੇ ਵਿੱਚ ਛਾ ਜਾਣਗੇ। ਹਾਲਾਂਕਿ ਦੀ ਕੀਮਤ ਕਿੰਨੀ ਅਦਾ ਕਰਨੀ ਪਈ, 40% ਸਿੱਖ ਕੌਮ ਬੇਘਰੀ ਹੋਈ, ਪਨਾਹਗੀਰ ਬਣੀ। 170 ਤੋਂ ਜ਼ਿਆਦਾ ਅਸੀਂ ਆਪਣੇ ਇਤਿਹਾਸਕ ਗੁਰਦੁਆਰੇ ਔਰ 70% ਤੋਂ ਜ਼ਿਆਦਾ ਵਿਰਸਾ, ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬਾਨ ਤੋਂ ਵੀ ਬਿਯੋਂਡ, ਉਹ ਸਾਡੀਆਂ ਹਵੇਲੀਆਂ, ਸਾਡੇ ਕਿਲੇ, ਸਾਡੀਆਂ ਯਾਦਗਾਰਾਂ, ਜਿਹਦੇ ਥੱਲੇ ਸਾਡੇ ਬੱਚੇ ਬੱਚੀਆਂ ਨੇ ਫਖਰ ਲੈਣਾ ਸੀ ਕਿ ਭਾਈ ਅਸੀਂ ਵੀ ਕਦੇ ਬਾਦਸ਼ਾਹ ਹੁੰਦੇ ਸੀ। ਲੇਕਿਨ ਇਹਦੇ ਬਾਵਜੂਦ ਜੋ ਸਲੂਕ 73 ਸਾਲ 'ਚ ਸਾਡੇ ਨਾਲ ਹੋਇਆ, ਉਹ ਕਹਾਣੀ ਬਾਰ-ਬਾਰ ਦੁਹਰਾਈ ਜਾਂਦੀ ਹੈ। ਕਨਸਟੀਟਿਊਸ਼ਨ ਤੋਂ ਸ਼ੁਰੂ ਕਰਕੇ ਜਿਹਦੇ 'ਚ ਸਾਡੀ ਹੋਂਦ ਹੀ ਜਿਹੜੀ ਆ ਉਹ ਮਿਟਾ ਦਿੱਤੀ ਗਈ। ਆਰਟੀਕਲ 25-20 ਭਾਰਤੀ ਕਨਸਟੀਟਿਊਸ਼ਨ ਦਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦਾ ਹੈ, ਆਪਣੀ ਬੋਲੀ ਨੂੰ ਲੈ ਕੇ ਸਟਰਗਲ, ਔਰ ਫਿਰ ਠੀਕ 47 ਤੋਂ 37 ਸਾਲ ਬਾਅਦ ਜੂਨ 84 ਦਾ ਟੈਂਕਾਂ ਤੋਪਾਂ ਨਾਲ ਹਮਲਾ, ਨਵੰਬਰ 84 ਦੀ ਨਸਲਕੁਸ਼ੀ, 84 ਤੋਂ 94-95 ਤੱਕ ਪੂਰੀ ਇੱਕ ਨਸਲ ਦਾ ਮਾਰ ਮੁਕਾਣਾ, ਔਰ 95 ਤੋਂ ਬਾਅਦ ਪੰਜਾਬ ਦੇ ਵਿੱਚ ਲੱਚਰ ਕਲਚਰ ਖੜਾ ਕਰਨਾ, ਡਰੱਗਸ ਲਿਆਣੀਆਂ। ਔਰ ਹੁਣ ਅਸੀਂ ਜੋ ਹਾਲ ਇਹਨਾਂ ਦਿਨਾਂ 'ਚ ਦੇਖ ਰਹੇ ਹਾਂ 2014 ਤੋਂ ਬਾਅਦ, ਜਦੋਂ ਸਿੱਧੀ ਹਿੰਦੂ ਤਵੀ ਤਾਕਤਾਂ ਦੇ ਹੱਥ ਦੇ ਵਿੱਚ ਹਕੂਮਤ ਆਈ ਹੈ, ਇਹਨਾਂ ਨੇ ਤਾਂ ਬਿਲਕੁਲ ਹੀ ਸੈਕੂਲਰ, ਉਹਨਾਂ ਨੇ ਤਾਂ ਇੱਕ ਲਬਾਦਾ ਤਾਂ ਪਾਇਆ ਸੀ ਦੁਨੀਆ ਨੂੰ ਧੋਖਾ ਦੇਣ ਲਈ, ਪਰ ਇਹਨਾਂ ਨੇ ਤਾਂ ਬਿਲਕੁਲ ਹੀ ਜਿਹੜਾ ਉਹ ਨੰਗੇ ਚਿੱਟੇ ਹੋ ਕੇ ਜੋ ਇਹਨਾਂ ਦੀ ਵਿਚਾਰਧਾਰਾ ਹਿੰਦੁਸਤਾਨ ਦੀ ਹੈ, ਉਹਦੀ ਇੰਪਲੀਮੈਂਟੇਸ਼ਨ ਸ਼ੁਰੂ ਕੀਤੀ ਹੋਈ ਹੈ। ਔਰ ਜ਼ਾਹਰ ਤੌਰ ਦੇ ਉੱਤੇ ਜੋ ਕੁਝ ਅੱਜ ਚੱਲ ਰਿਹਾ ਹੈ, ਜਿਉਂ-ਜਿਉਂ ਆਪਣੀ ਇਹ ਗੁਫ਼ਤਗੂ ਅੱਗੇ ਤੁਰੇਗੀ, ਅਸੀਂ ਉਹਦੇ ਅੱਡ-ਅੱਡ ਸ਼ੋਬਿਆਂ ਤੇ ਗੱਲ ਵੀ ਕਰਾਂਗੇ। ਪਰ ਇੱਕ ਗੱਲ ਜ਼ਾਹਰ ਹੈ, ਔਰ ਜਿਹੜੀ ਮੈਂ ਸਮਝਦਾ ਹਾਂ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਕਮਾਂਡ ਥੱਲੇ ਲਾਸਟ ਐਫਰਟ ਸੀ 1982 ਤੋਂ 1984 ਤੱਕ ਧਰਮ ਯੁੱਧ ਮੋਰਚਾ। ਇਸ ਗੱਲ ਦਾ ਧਿਆਨ ਰਿਹਾ ਕਿ ਸੰਤ ਪਿੰਡਾਂ ਵਾਲਿਆਂ ਨੇ ਕਦੇ ਵੀ ਇਹ ਬਿਲਕੁਲ ਉਹਨਾਂ ਦੇ ਜਿਹੜੇ ਬਾਇਓਗ੍ਰਾਫਰ ਖਾਸ ਤੌਰ ਤੇ ਐਂਟਾਈ ਸਿੱਖ ਨੇ, ਉਹਨਾਂ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਦੇਸ਼ ਤੋਂ ਉਹਨਾਂ ਦਾ ਬਿਲਕੁਲ ਧਰਮ ਯੁੱਧ ਮੋਰਚਾ ਭਾਰਤ ਦੇ ਵਿੱਚ ਟਰੂ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ ਕਿ 3 ਮਹਿਕਮੇ, ਉਹ ਬੇਸ਼ੱਕ ਫੋਰਨ ਅਫੇਅਰਸ ਹੈ, ਡਿਫੈਂਸ ਹੈ, ਕਰੰਸੀ ਹੈ, ਇਹ ਫੈਡਰਲ ਹੋਣ, ਬਾਕੀ ਸੂਬੇ ਆਟੋਨਮਸ ਹੋਣ। ਲੇਕਿਨ ਇਹ ਉਹਨਾਂ ਦੇ, ਮੈਂ ਸਮਝਦਾ ਹਾਂ ਕਿ ਵੀ ਪ੍ਰੋਫਿਟਿਕ ਵਰਡਸ ਨੇ, ਪ੍ਰੋਫਿਟਿਕ ਭਵਿੱਖਬਾਣੀ ਦੇ ਸ਼ਬਦ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਨਾਲ ਰਹਿਣਾ ਚਾਹੁੰਦੇ ਹਾਂ। ਇਹ ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਇਹ ਬਿਲਕੁਲ ਕਲੀਅਰ ਲਾਈਨ ਡਰਾ ਕਰਨੀ ਸੀ ਕਿ ਭਾਈ ਜੇ ਤੁਸੀਂ ਸਾਡਾ ਅਕਾਲ ਤਖਤ, ਸਾਡਾ ਹਰਮੰਦਰ ਸਾਹਿਬ, ਇਸ ਨੂੰ ਹੀ ਹਮਲੇ ਦਾ ਸ਼ਿਕਾਰ ਬਣਾਇਆ, ਫਿਰ ਸਾਡਾ ਪੂਰਾ ਤੋੜ ਵਿਛੋੜ ਹੋਏਗਾ। ਔਰ 84 ਤੋਂ ਹੁਣ ਤੱਕ ਅਸੀਂ ਨਾ 36 ਸਾਲਾਂ ਦੇ ਵਿੱਚ ਕੀ ਨਹੀਂ ਹੰਡਾਇਆ, ਔਰ ਅੱਜ ਕੀ ਨਹੀਂ ਚੱਲ ਰਿਹਾ, ਇਸ ਪੀਰੀਅਡ ਦਾ ਸਾਰਾ ਹੀ ਤੁਸੀਂ ਮੀਡੀਆ ਦੇਖ ਲਓ, ਇਸ ਪੀਰੀਅਡ ਦੀ ਇਹਨਾਂ ਦੀ ਜ਼ਹਿਨੀਅਤ ਦੇਖ ਲਓ।
ਇਹ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਕੋਈ ਸੂਰਜ ਇਹਨਾਂ 36 ਵਰਿਆਂ 'ਚ ਐਸਾ ਨਹੀਂ ਚੜਿਆ ਉੱਥੋਂ ਦੇ ਹਰਾਈਜ਼ਨ ਤੇ ਜਿਹੜਾ ਸਿੱਖ ਕੌਮ ਨੂੰ ਇਹ ਕਨਵਿੰਸ ਕਰਵਾ ਸਕੇ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਕੋਲ ਆਪਣਾ ਧਰਮ ਬਚਾਉਣ ਦੇ ਲਈ, ਆਪਣੀ ਮੀਰੀ ਪੀਰੀ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਦੇ ਲਈ, ਆਪਣੇ ਨਵੇਕਲੇਪਨ ਨੂੰ ਜਿਹੜਾ ਕੀਤੋਸ ਆਪਣਾ ਪੰਥ ਨਿਰਾਲਾ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਉਹਦਾ ਨਿਰਾਲਾਪਨ ਨੂੰ ਕਾਇਮ ਰੱਖਣ ਲਈ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਆਪਸ਼ਨ ਹੈ। ਇਹ ਬਿਲਕੁਲ ਜੇ ਤੁਸੀਂ ਨਿਰਪੱਖ ਤਰੀਕੇ ਨਾਲ ਕੋਈ ਵੀ ਹਿਸਟਰੀ ਦਾ ਸਟੂਡੈਂਟ, ਕੋਈ ਵੀ ਪੋਲੀਟੀਕਲ ਸਾਇੰਸ ਦਾ ਸਟੂਡੈਂਟ, ਕੋਈ ਵੀ ਬੇਸ਼ੱਕ ਉਹ ਸਿੱਖ ਨਹੀਂ ਵੀ ਹੈ, ਜੇ ਉਹਦੇ ਸਾਹਮਣੇ ਤੁਸੀਂ ਸਾਰੇ ਫੈਕਟ ਰੱਖ ਦਿੰਦੇ ਹੋ ਕਿ ਹੁਣ ਤਾਂ ਬਿਲਕੁਲ ਹੀ ਸਿੱਧੋ ਸਿੱਧਾ ਹਿੰਦੂ ਰਾਸ਼ਟਰ ਦੀ ਗੱਲ ਹੈ, ਜੇ ਉਹ ਗੱਲ ਕਰ ਸਕਦੇ ਨੇ, ਸਾਡਾ ਤਾਂ ਪੂਰਾ ਹਿਸਟੋਰੀਕਲ ਕੇਸ ਵੀ ਹੈ, ਜੈਨੇਸਿਸ ਵੀ ਹੈ, ਸਾਡੇ ਰਾਈਟਸ ਵੀ ਨੇ, ਔਰ ਸਾਡੀ ਜਿਹੜੀ ਮੰਗ ਹੈ ਖਾਲਿਸਤਾਨ ਦੀ ਉਹ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ। ਸੋ ਹੁਣ ਤਾਂ ਇਸ ਦੇ ਉੱਤੇ ਜਿਹੜਾ ਜੇ ਕੋਈ ਵਕਤ ਜ਼ਾਇਆ ਕਰਵਾਉਂਦਾ ਤਾਂ ਮੈਂ ਸਮਝਦਾ ਹਾਂ ਵੀ ਜਾਂ ਉਹ ਬੇਈਮਾਨ ਹੈ ਤੇ ਜਾਂ ਉਹਨੇ ਜਾਣ ਕੇ ਘੇਸ ਵੱਟੀ ਹੋਈ ਹੈ। ਥਰਡ ਕੋਈ ਹੋਰ ਖਾਨਾ ਉਹਨਾਂ ਦੇ ਲਈ ਨਹੀਂ ਬਚਦਾ ਇਸ ਸਾਰੀ ਡੈਫੀਨਿਟਲੀ ਭਾਈ ਸਾਹਿਬ ਜੀ, ਕਿਉਂਕਿ ਜਦੋਂ ਅਸੀਂ ਹਿਸਟਰੀ ਦੇ ਚੈਪਟਰਸ ਨੂੰ ਆਪਾਂ 47 ਤੋਂ ਤਾਂ ਪਿੱਛੇ ਵੀ ਗੱਲ ਕਰ ਸਕਦੇ ਹਾਂ, ਬਟ ਜਦੋਂ ਆਪਾਂ ਉੱਥੋਂ ਹੀ ਦੇਖਦੇ ਹਾਂ ਕਿ ਜੋ ਇੱਕ ਸਟੈਪ ਬਾਏ ਸਟੈਪ ਚੱਲਿਆ ਆ, ਜਿਸ ਤਰੀਕੇ ਦੇ ਨਾਲ 47 ਦੇ ਵਿੱਚ ਪੰਜਾਬ ਦੀ ਵੰਡ ਕੀਤੀ ਗਈ, ਜਿਸ ਤਰੀਕੇ ਦੇ ਨਾਲ ਬਾਅਦ ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਜਿਹੜਾ ਆ ਉਹ ਕਰਾਰ ਦਿੱਤਾ ਗਿਆ, ਬਕਾਇਦਾ ਆਰਡਰਸ ਜਾਰੀ ਕਰਕੇ ਜਿਹੜੇ ਡਿਸਟ੍ਰਿਕਟ ਕਮਿਸ਼ਨਰ ਸੀਗੇ ਉਹਨਾਂ ਨੂੰ, ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਬਾਅਦ ਵਿੱਚ ਪੰਜਾਬ ਦੀ 1966 ਵਿੱਚ ਵੰਡ ਹੁੰਦੀ ਹੈ, ਉਸ ਤੋਂ ਬਾਅਦ ਦਾ ਜਿਹੜਾ ਵਤਕੀਰਾ ਰਹਿੰਦਾ ਆ, ਜੇ ਆਪਣੇ ਸਿੱਖ ਜਾਂ ਜਿਹੜੀ ਸਿੱਖ ਲੀਡਰਸ਼ਿਪ ਹੈ ਜੇ ਉਹ ਤੋਂ ਵੀ ਨਹੀਂ ਸੇਧ ਲੈਂਦੀ, ਕਿਉਂਕਿ ਨਾਰਮਲੀ ਤਾਂ ਇਹ ਕਿਹਾ ਜਾਂਦਾ ਕਿ ਬੰਦਾ ਆਪਣੇ ਪਾਸਟ ਤੋਂ ਸੇਧ ਲੈਂਦਾ ਆ, ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਅੱਗੇ ਸੁਧਾਰਿਆ ਜਾ ਸਕਦਾ, ਉਹਨਾਂ ਤੋਂ ਐਕਸਪੀਰੀਅੰਸ ਲੈਂਦਾ ਜਾਂ ਉਹਨਾਂ ਤੋਂ ਸਿੱਖਦਾ ਆ ਕਿ ਅਸੀਂ ਕੀ ਗਲਤੀਆਂ ਕੀਤੀਆਂ ਤਾਂ ਅੱਗੇ ਜਾ ਕੇ ਸਾਡੀ ਜਿਹੜੀ ਪਾਲਿਸੀ ਆ ਜਾਂ ਸਾਡਾ ਜਿਹੜੀ ਡਿਸੀਜ਼ਨ ਮੇਕ ਹੈ ਅਕੋਰਡਿੰਗਲੀ ਚੇਂਜ ਹੋਣੀ ਹੈ। ਬਟ ਅਸੀਂ ਅੱਜ 2020 ਦੇ ਵਿੱਚ ਵੀ ਦੇਖਦੇ ਹਾਂ ਉਹ ਸੇਮ ਚੀਜ਼ ਰਿਪੀਟੇਟਿਵਲੀ ਨਜ਼ਰ ਆਉਂਦੀ ਹੈ ਕਿ ਕਿਤੇ ਵੀ ਸਿੱਖ ਲੀਡਰਸ਼ਿਪ ਵੀ ਹੈ ਤਾਂ ਬਹੁਤ ਸਾਰੇ ਲੋਕ ਵੀ ਨੇ ਜਿਹੜੇ ਜੁਝਾਰੂ ਲੜ ਰਹੇ ਨੇ, ਉਹ ਤਾਂ ਡੈਫੀਨੇਟਲੀ ਆਪਣਾ ਜਿਹੜਾ ਪੱਖ ਹੈ ਉਹ ਲੈ ਕੇ ਚੱਲ ਰਹੇ ਨੇ, ਬਟ ਜਿਹੜੀ ਇਗਨੋਰੈਂਸ ਹੈ ਉਹ ਵੀ ਕਿਤੇ ਨਾ ਕਿਤੇ ਚੱਲੀ ਜਾ ਰਹੀ ਹੈ ਲੀਡਰਸ਼ਿਪ ਦੇ ਵਿੱਚ। ਖਾਸ ਤੌਰ ਕੇ ਇਹਦਾ ਕੀ ਰੀਜ਼ਨ ਹੈ ਕਿ ਇਹਦੇ ਵਿੱਚ ਚੇਂਜ ਨਹੀਂ ਆ ਰਿਹਾ, ਉਹ ਲੀਡਰਸ਼ਿਪ ਸਿਮਿਲਰ ਤਰੀਕੇ ਦੇ ਨਾਲ ਹੀ ਚੱਲ ਰਹੀ ਹੈ, ਪਾਸਟ ਚੋਂ ਕੁਝ ਸਿੱਖਿਆ ਨਹੀਂ ਜਾ ਰਿਹਾ? ਦੇਖੋ, ਵੈਸੇ ਮੈਂ ਜੇ ਇਹਨੂੰ ਥੋੜੀ ਜਿਹੀ ਪੋਜ਼ਿਟਿਵ ਸਪਿਨ ਦਿਆਂ ਤੁਹਾਡੇ ਸਵਾਲ ਨੂੰ, ਕਿਸੇ ਵੀ ਗਿਵਨ ਟਾਈਮ ਦੇ ਵਿੱਚ ਜਿਹੜੇ ਐਕਟਿਵਿਸਟ ਹੁੰਦੇ ਨੇ, ਜਿਹੜੇ ਸਿਧਾਂਤਕ ਤੌਰ ਤੇ ਕਲੀਅਰ ਹੁੰਦੇ ਨੇ ਔਰ ਉਸ ਦੇ ਲਈ ਕੁਰਬਾਨੀ ਕਰਨ ਲਈ ਵੀ ਤਿਆਰ ਹੁੰਦੇ ਨੇ, ਉਹ ਕਿਸੇ ਵੀ ਗਿਵਨ ਟਾਈਮ 'ਚ 2% ਤੋਂ ਜ਼ਿਆਦਾ ਨਹੀਂ ਹੁੰਦੇ। ਮੈਜੋਰਿਟੀ ਜਿਹੜੀ ਕਿਸੇ ਵੀ ਸਿਚੁਏਸ਼ਨ 'ਚ ਹੈ ਉਹ ਫੋਲੋ ਕਰਦੀ ਹੈ। ਔਰ ਮੈਂ ਈਵਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਅਸੀਂ 10 ਗੁਰੂ ਸਾਹਿਬਾਨ ਦੇ, ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹਨਾਂ ਨੇ ਜਿਹੜਾ ਉਦਾਸੀਆਂ ਕੀਤੀਆਂ ਔਰ ਕਿਵੇਂ 10 ਗੁਰੂ ਸਾਹਿਬਾਨ ਦਾ ਮੰਜੀਆਂ ਦਾ ਸਿਸਟਮ, ਮਸੰਦ ਸਿਸਟਮ, ਲੇਕਿਨ ਜਦੋਂ ਫਾਈਨਲ ਘੇਰਾ ਅਨੰਦਪੁਰ ਸਾਹਿਬ ਨੂੰ ਪੈਂਦਾ ਹੈ ਮੁਗਲੀਆ ਔਰ ਪਹਾੜੀ ਫੌਜਾਂ ਦਾ, ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ 10,000 ਤੋਂ ਜ਼ਿਆਦਾ ਸਿੱਖ ਨਹੀਂ ਨੇ, ਜਦੋਂ ਕਿ ਸਿੱਖ ਉਹ ਵੀ ਲੱਖਾਂ ਦੇ ਵਿੱਚ ਸਨ। ਇਸੇ ਤਰ੍ਹਾਂ ਅਸੀਂ 80,000 ਦੇ ਇਕੱਠ ਦੀ ਗੱਲ ਕਰਦੇ ਹਾਂ ਖਾਲਸਾ ਸਾਜਨਾ ਵੇਲੇ, 5 ਪਿਆਰਿਆਂ ਦਾ ਅੱਗੇ ਆਣਾ ਅਸੀਂ ਦੇਖਦੇ ਹਾਂ ਤੀਸਰੀ ਕਾਲ ਦੇ ਉੱਤੇ। ਸੋ ਮੈਂ ਇਹ ਸਮਝਦਾ ਵੀ ਕਿਉਂਕਿ ਜਿਹੜਾ ਆਜ਼ਾਦੀ ਦਾ ਰਸਤਾ ਹੁੰਦਾ ਹੈ, ਕੁਰਬਾਨੀ ਦਾ ਰਸਤਾ ਹੁੰਦਾ ਹੈ, ਬਹੁਤ ਸਾਰੇ ਬੇਸ਼ੱਕ ਹਮਦਰਦੀ ਰੱਖ ਰਹੇ ਹੋਣ, ਉਹੀ ਪੰਜਾਬ ਦੇ ਲੋਕ 10ਵੇਂ ਪਾਤਸ਼ਾਹ ਦੇ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਬਿਲਕੁਲ ਕਿਸੇ ਹੱਦ ਤੱਕ ਜੇ ਅਸੀਂ ਨਬੀ ਖਾਨ, ਗਨੀ ਖਾਨ ਦਾ ਇਤਿਹਾਸ ਦੇਖੀਏ ਜਾਂ ਈਵਨ ਉਹਨਾਂ ਦਾ ਆਪਣਾ ਜਿਹੜਾ ਮਸੰਦ ਹੈ ਮਾਛੀਵਾੜੇ 'ਚ, ਉਹ ਵੀ ਇੱਕ ਰਾਤ ਤੋਂ ਬਾਅਦ ਮੱਥਾ ਟੇਕ ਦਿੰਦਾ ਕਿ ਮਹਾਰਾਜ ਹੁਣ ਮੇਰਾ ਕਾਣ ਬੱਚਾ ਜਿਹੜਾ, ਉਹ ਮੇਰਾ ਬਾਲ ਬੱਚਾ ਜਿਹੜਾ ਉਹ ਕਾਣ ਉਹਦਾ ਕਰ ਦੇਣਗੇ, ਪੀੜ ਦੇਣਗੇ। ਸੋ ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਉਹੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕੁਛ ਦੇਰ ਬਾਅਦ ਆਉਂਦਾ ਹੈ, ਹੁਕਮਨਾਮੇ ਨੇ ਉਹ ਪੰਜਾਬ ਦਾ ਨਹੀਂ ਹੈ, ਲੇਕਿਨ ਉਹ ਲੋਕ ਜਿਹੜੇ ਗੁੱਸੇ 'ਚ ਨੇ ਉਹ ਜਾਣਦੇ ਨੇ ਧੱਕਾ ਹੋ ਰਿਹਾ, ਉਹੀ ਸੋਟੇ ਡਾਂਗਾ ਲੈ ਕੇ ਆ ਜਾਂਦੇ ਨੇ ਔਰ 800 ਸਾਲ ਬਾਅਦ ਚਾਪੜ ਚਿੜੀ ਦੀ ਲੜਾਈ ਦੇ ਵਿੱਚ ਜਿਹੜਾ ਉਸ ਸਾਮਰਾਜ ਦਾ ਐਂਡ ਕਰ ਦਿੰਦੇ ਨੇ। ਸੋ ਮੈਂ ਸਮਝਦਾ ਵੀ ਪੰਜਾਬ 'ਚ ਵੀ ਬੇਸ਼ੱਕ ਸਾਨੂੰ ਲੀਡਰਸ਼ਿਪ ਤਾਂ ਇਹਨਾਂ ਨੂੰ ਕਹਿਣਾ, ਉਹ ਬਾਦਲ ਕੇ ਹੋਣ, ਅਮਰਿੰਦਰ ਕੇ ਹੋਣ, ਆਮ ਆਦਮੀ ਪਾਰਟੀ ਵਾਲੇ ਹੋਣ, ਇਹਨਾਂ ਨੂੰ ਤਾਂ ਤੁਸੀਂ ਦਿੱਲੀ ਦਰਬਾਰ ਦੇ ਸੂਬੇਦਾਰ ਕਹਿ ਲਓ, ਪਾਵਰ ਦੇ ਭੁੱਖੇ ਕਹਿ ਲਓ,
ਜਾਂ ਜਿਨ੍ਹਾਂ ਨੇ ਸਮਝੌਤਾ ਕੀਤਾ ਹੋਇਆ ਆਪਣੀ ਸਿਚੁਏਸ਼ਨ ਨਾਲ, ਜਿਹੜਾ ਕਾਮਨ ਸਿੱਖ ਹੈ। ਔਰ ਮੈਂ ਅੱਜ ਵੀ ਇਹ ਮਹਿਸੂਸ ਬਹੁਤ ਵਾਰ, ਜਿਹੜੇ ਸਾਡੇ ਵੀਰ ਕੁਝ ਪੰਜਾਬ ਬਾਰੇ ਕਹਿਣਗੇ ਜੀ ਇੱਥੇ ਲੋਕ ਗੱਲ ਕਰਦੇ ਨੇ ਉੱਥੇ ਕੋਈ ਬੋਲਦਾ ਹੀ ਨਹੀਂ ਹੈ, ਇਹ ਨਹੀਂ ਗੱਲ ਹੈ। ਤੁਸੀਂ ਬਾਕੀ ਛੱਡ ਦਿਓ, 84 ਦੌਰ ਛੱਡ ਦਿਓ, 90 ਦਾ ਛੱਡ ਦਿਓ, ਜੇ ਪਿਛਲੇ 8 ਸਾਲ 'ਚ ਅਸੀਂ ਦੇਖੀਏ, 2012 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਡਬਲ ਬਲੈਕ ਵਾਰੰਟ 2 ਵਾਰ ਕੱਢੇ ਜਾਂਦੇ ਨੇ, ਕਿਵੇਂ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਜਾਂਦਾ ਹੈ, ਕਿਵੇਂ ਸਿੱਖ ਕੌਮ ਦੀ ਕਲੈਕਟਿਵ ਪਾਵਰ ਹਕੂਮਤ ਨੂੰ ਮਜਬੂਰ ਕਰਦੀ ਹੈ ਕਿ ਬਲੈਕ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਹੈ ਉਹ ਰਾਹਤ ਮਿਲਦੀ ਹੈ। ਫਿਰ ਅਸੀਂ 2015 ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਸਰਬੱਤ ਖਾਲਸਾ ਚੱਬੇ ਦਾ, ਲੱਖਾਂ ਲੋਕ ਆਪ ਮੁਹਾਰੇ ਦੇ ਬਾਵਜੂਦ ਕਿ ਹਕੂਮਤ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਉਹ ਕਿੱਥੋਂ ਪਹੁੰਚ ਜਾਂਦੇ ਨੇ। 2018 ਬਰਗਾੜੀ ਦਾ ਮੋਰਚਾ, ਉਹਦਾ ਅੰਜਾਮ ਕੀ ਹੋਇਆ ਇੱਕ ਵੱਖਰੀ ਬਹਿਸ ਹੈ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ। ਪਰ ਤੁਸੀਂ ਦੇਖਦੇ ਹੋ ਕਿ ਇੱਕੋ ਵੇਲੇ ਬਰਗਾੜੀ ਮੋਰਚੇ ਦੇ ਵੇਲੇ ਲੰਬੀ ਦੇ ਵਿੱਚ ਇਕੱਠ ਰੱਖਦੇ ਨੇ ਕਾਂਗਰਸ ਵਾਲੇ, ਪਟਿਆਲੇ 'ਚ ਅਕਾਲੀ ਰੱਖਦੇ ਨੇ, ਦੋਨਾਂ ਦੇ ਇਕੱਠ ਮਿਲਾ ਲਓ, ਉਹਦੇ ਨਾਲੋਂ ਜ਼ਿਆਦਾ ਬਰਗਾੜੀ ਦਾ ਇਕੱਠ ਹੈ। ਸੋ ਮਤਲਬ ਇਹ ਹੈ ਕਿ ਪੰਜਾਬ ਦਾ ਕਾਮਨ ਸਿੱਖ ਜਿਹੜਾ ਹੈ, ਉਹ ਉਹਨਾਂ ਦੀ ਪ੍ਰੋਗਰਾਮਿੰਗ 5 ਸਦੀਆਂ ਤੋਂ ਸਿੱਖੀ 'ਚ ਹੋਈ ਹੈ। ਮੈਨੂੰ ਕਦੇ ਕੋਈ ਭੁਲੇਖਾ ਨਹੀਂ। ਹਾਂ, ਉੱਥੇ ਕਿਸੇ ਵੀ ਕ੍ਰੈਡੀਬਲ ਲੀਡਰਸ਼ਿਪ ਦਾ ਨਾ ਹੋਣਾ, ਜਿਹੜਾ ਹਕੂਮਤ ਨੇ ਆਣ ਵੀ ਨਹੀਂ ਦੇਣਾ। ਜਿਹੜੇ ਹੋਣਗੇ, ਤੁਸੀਂ ਦੇਖੋਗੇ ਕਿ ਹੁਣ ਬੇਸ਼ੱਕ ਰੈਫਰੈਂਡਮ 2020 ਦੀ ਇਸ ਕੈਂਪੇਨ ਦੇ ਨਾਲ ਨੂੰ ਹੀ ਤੁਸੀਂ ਇੱਕ ਆਈਡੀਅਲ ਦੇਖ ਲਓ ਕਿ ਭਾਈ ਗੱਲ ਤਾਂ ਕੋਈ ਏਡੀ ਵੱਡੀ ਨਹੀਂ ਹੈ। ਗੱਲ ਤਾਂ ਇਹ ਹੈ ਕਿ UN ਚਾਰਟਰ ਦੇ ਥੱਲੇ, ਜੇ ਕੈਨੇਡਾ ਦੇ ਵਿੱਚ, ਕਿਊਬੈਕ ਦੇ ਵਿੱਚ 1980-1995 ਚ ਕੈਨੇਡਾ ਦੀ ਹਕੂਮਤ ਕਰਵਾਉਂਦੀ ਹੈ, ਸਕਾਟਲੈਂਡ 'ਚ ਬ੍ਰਿਟਨ ਦੀ ਹਕੂਮਤ ਕਰਵਾਉਂਦੀ ਹੈ, ਈਸਟ ਤੈਮੂਰ, ਕਸੋਵੋ, ਸਾਊਥ ਸੁਡਾਨ, ਇਹ ਸਾਰੇ ਬੋਗਨਵਿਲਾ, ਨਿੱਕੇ ਨਿੱਕੇ ਮੁਲਕਾਂ 'ਚ UN ਕਰਵਾਉਂਦੀ ਹੈ, ਤੇ ਇਹ ਤਾਂ ਕੋਈ ਬਾਈਂਡਿੰਗ ਵੀ ਨਹੀਂ ਹੈ। ਤਾਂ ਇਹ ਸਿੱਖਾਂ ਦਾ ਇੱਕ ਓਪੀਨੀਅਨ ਲੈਣ ਦਾ ਹੈ। ਪਰ ਤੁਸੀਂ ਦੇਖੋ ਇਹਨੂੰ ਕਿਵੇਂ ਪ੍ਰੈਜ਼ੈਂਟ ਕੀਤਾ, ਕਿਵੇਂ ਇਹਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜੀ, 90 ਤੋਂ ਜ਼ਿਆਦਾ ਕੇਸ UAPA ਦੇ ਥੱਲੇ, ਔਰ ਕਿਵੇਂ ਇੱਕ ਖੌਫ ਭਰਪਾ ਕਰ ਦਿੱਤਾ ਗਿਆ। ਇਹਨਾਂ ਹਾਲਾਤਾਂ 'ਚ ਸਾਡੇ ਪੰਜਾਬ ਦਾ ਆਮ ਸਿੱਖ ਜੀ ਰਿਹਾ। ਔਰ ਇਹ ਸਾਰੇ ਜਿਹੜੇ ਨੇ, ਤੁਸੀਂ ਜਿਹਨਾਂ ਨੂੰ ਬਹੁਤੇ ਸਮਝਦੇ ਨੇ ਜੀ ਇਹ ਲੀਡਰ ਨੇ, ਇਹ ਸੂਬੇਦਾਰ ਨੇ, ਉਹ ਜਿਹੇ ਨੇ ਜੋ ਜਾਂ ਕਦੇ ਸੁੱਚਾਨੰਦ ਜਾਂ ਚੰਦੂ ਜਾਂ ਇਹ ਸਾਰੇ ਲੋਕ ਜਿਵੇਂ ਮੁਗਲਿਆ ਹਕੂਮਤ ਦੇ ਲਈ ਕੰਮ ਕਰਦੇ ਸੀ, ਕੋਈ ਕਿਸੇ ਕੈਪੈਸਿਟੀ 'ਚ, ਕੋਈ ਕਿਸੇ 'ਚ। ਸੋ ਮੈਂ ਸਮਝਦਾ ਔਰ ਮੇਰਾ ਇਹ ਯਕੀਨ ਹੈ ਕਿ ਅਲਟੀਮੇਟਲੀ ਜਿਹੜੀ ਲੀਡਰਸ਼ਿਪ ਹੈ ਉਹ ਡਾਇਸਪੋਰਾ ਸਿੱਖਾਂ ਦੇ ਕੋਲ ਹੀ ਹਾਲ ਦੀ ਘੜੀ ਹੋਏਗੀ। ਜਦੋਂ ਤੱਕ ਕੋਈ, ਜਿਵੇਂ ਜਦੋਂ ਡਿਸਇੰਟੀਗ੍ਰੇਸ਼ਨ ਸ਼ੁਰੂ ਹੁੰਦੀ ਹੈ ਵੱਡੇ ਸਿਸਟਮ ਦੀ, ਛੋਟੇ ਮੁਲਕਾਂ ਦੇ ਵਿੱਚ, ਜਿਵੇਂ ਕੋਈ ਅਰਬ ਸਪਰਿੰਗ ਕਹਿ ਦਿੱਤਾ ਕਿਸੇ ਨੇ, ਜਾਂ ਹੁਣ ਕੋਈ ਡਿਫਰੈਂਟ ਹਵਾਲੇ ਨਾਲ ਈਰਾਨ ਜਾਂ ਦੂਜੇ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਲੇਕਿਨ ਵੱਡੇ ਦੇਸ਼ਾਂ 'ਚ ਕਦੇ ਇਵੇਂ ਤਬਦੀਲੀ ਨਹੀਂ ਹੋਈ। ਸੋਵੀਅਤ ਯੂਨੀਅਨ ਕਲੈਪਸ ਹੁੰਦਾ ਹੈ, ਯੂਗੋਸਲਾਵੀਆ ਕਲੈਪਸ ਹੁੰਦਾ ਹੈ, ਉਸ ਤੋਂ ਪਹਿਲਾਂ ਅਸੀਂ ਬ੍ਰਿਟਿਸ਼ ਐਮਪਾਇਰ ਜਿਨ੍ਹਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ, ਸੈਕੰਡ ਵਰਲਡ ਵਾਰ ਬਾਅਦ ਉਹ ਹਾਲਾਤ ਬਣਦੇ ਨੇ, 60 ਮੁਲਕ ਅੱਡ-ਅੱਡ ਬਣਦੇ ਨੇ। ਉਹਦੇ ਤੋਂ ਪਹਿਲਾਂ ਆਟੋਮੈਨ ਐਮਪਾਇਰ ਜਿਹੜੀ ਉਸਮਾਨੀਆ ਸਲਤਨਤ ਸੀ, 600 ਸਾਲ ਜਿਨ੍ਹਾਂ ਨੇ ਰਾਜ ਕੀਤਾ ਸਾਰੇ ਪਾਸਿਓਂ। ਫਸਟ ਵਰਲਡ ਵਾਰ ਤੋਂ ਬਾਅਦ ਕਲੈਪਸ ਹੁੰਦਾ, ਸਿਰਫ ਪ੍ਰੈਜ਼ੈਂਟ ਡੇ ਟਰਕੀ ਰਹਿ ਜਾਂਦਾ ਹੈ। ਸੋ ਮੈਂ ਸਮਝਦਾ ਵੀ ਜਿਹੜੀ ਸਿੱਖਾਂ ਦੀ ਰੈਜ਼ਿਸਟੈਂਸ ਹੈ, ਜਿਹੜੀ ਇਹਨਾਂ ਸਿੱਖਾਂ ਨੇ ਪਿਛਲੇ 36 ਸਾਲ 'ਚ ਇਨ ਪਾਰਟਿਕੂਲਰ ਔਰ 73 ਸਾਲ 'ਚ ਇਨ ਜਨਰਲ ਦਿੱਤੀ, ਉਹਨੇ ਉਸ ਦੇ ਜੜ੍ਹਾਂ ਨੂੰ ਖੋਖਲਿਆਂ ਕੀਤਾ ਹੋਇਆ ਇੰਡੀਅਨ ਸਿਸਟਮ ਦੀ। ਔਰ ਉਹ ਸੈਕੂਲਰਿਜ਼ਮ ਦਾ ਆਪਣੇ ਚਾਦਰ ਲਾ ਕੇ ਸਿੱਧੇ ਪੱਧਰੇ ਹਿੰਦੂਤਵਾ ਤੇ ਆ ਗਏ ਨੇ। ਕਸ਼ਮੀਰ 'ਚ 1 ਮਿਲੀਅਨ ਫੌਜ ਰੱਖ ਕੇ ਪਿਛਲੇ 1 ਸਾਲ 'ਚ ਕਿੰਨਾ ਕੰਟਰੋਲ ਕਸ਼ਮੀਰ ਨੂੰ ਹੋ ਗਿਆ। ਇਕਨੋਮੀ ਡਾਊਨ ਦਾ ਡਰੇਨ ਜਾ ਰਹੀ ਹੈ, COVID-19 ਹੈਂਡਲ ਨਹੀਂ ਹੋ ਰਿਹਾ। ਸੋ ਮੈਨੂੰ ਇਹ ਲੱਗਦਾ ਵੀ ਦੇਖਣ ਨੂੰ ਜਿਵੇਂ ਸੋਵੀਅਤ ਯੂਨੀਅਨ ਕੋ ਘੱਟ ਪ੍ਰੋਗਰੈਸ ਨਹੀਂ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਸਪੇਸ 'ਚ ਬੰਦਾ ਭੇਜਿਆ ਸੀ, ਰੈੱਡ ਆਰਮੀ ਸੀ, ਸਭ ਤੋਂ ਜ਼ਿਆਦਾ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਸੀ, ਬਹੁਤ ਪਾਵਰਫੁਲ ਐਂਟੀਟੀ ਸੀ। ਲੇਕਿਨ ਜਿਵੇਂ 15 ਟੁਕੜਿਆਂ ਜਦੋਂ ਵੰਡਿਆ ਗਿਆ, ਇਕਨੋਮਿਕਲ ਕਲੈਪਸ ਨੇ ਉਸ ਪਾਸੇ ਨੂੰ ਤੋੜ ਦਿੱਤਾ। ਸੋ ਇਹ ਜਿਹੜੇ ਚੈਲੰਜਸ ਹੁੰਦੇ ਨੇ, ਇਹ ਠੀਕ ਹੈ ਅਸੀਂ ਮਾਈਨੋਰਿਟੀ ਹੈ, ਭਾਰਤ ਨੇ ਇੱਕ ਆਪਣਾ ਵੱਡਾ ਜਿਹੜਾ ਹੈ ਇੱਕ ਫੌਜੀ ਸਟਰਕਚਰ ਬਣਾਇਆ ਹੋਇਆ ਹੈ, ਇੱਕ ਵੱਡਾ ਡਿਪਲੋਮੈਟਿਕ ਨੈਟਵਰਕ ਹੈ ਦੁਨੀਆ ਭਰ ਦੇ ਵਿੱਚ। ਪਰ ਜਿਵੇਂ ਸੋਵੀਅਤ ਯੂਨੀਅਨ ਗਿਆ, ਯੂਗੋਸਲਾਵੀਆ ਕਿਵੇਂ 7-8 ਮੁਲਕ ਨਿਕਲੇ, ਮਾਰਸ਼ਲ ਟੀਟੋ ਕਿੰਨਾ ਪਾਵਰਫੁਲ ਸੀ। ਸੋ ਮੈਨੂੰ ਲੱਗਦਾ ਹੈ ਵੀ ਅਸੀਂ ਬਹੁਤ ਕਰੀਬ ਆ ਰਹੇ ਹਾਂ
ਔਰ ਇਹ ਸਾਡੀ ਮੰਜ਼ਿਲ ਦੇ ਨੇੜੇ ਆਉਣ ਦਾ ਮਤਲਬ ਕੱਲਾ ਸਿੱਖਾਂ ਦੀ ਆਜ਼ਾਦੀ ਤੱਕ ਹੀ ਇਹ ਨਹੀਂ ਹੋਏਗਾ। ਕਸ਼ਮੀਰੀਆਂ ਦੀ ਆਜ਼ਾਦੀ, ਨਾਰਥ ਈਸਟ ਦੀ ਆਜ਼ਾਦੀ, ਭਾਰਤ ਦੇ ਨਕਸ਼ੇ 'ਚ ਜਿਹੜਾ 100 ਮਿਲੀਅਨ ਤੋਂ ਜ਼ਿਆਦਾ ਟ੍ਰਾਈਬਲ ਨੇ, ਇੰਨੇ ਹੀ ਦਲਿਤ ਨੇ, ਇਹਨਾਂ ਸਾਰਿਆਂ ਦੀ, ਕਿਉਂਕਿ ਇਹ ਹੈਜੇਮਨੀ ਹੈ, ਗਲਬਾ ਹੈ। ਇੱਕ ਜਿਹੜਾ ਮਾਈਨੋਰਿਟੀ ਗਰੁੱਪ ਜਿਹੜਾ ਪਹਿਲਾਂ ਸੈਕੂਲਰਿਜ਼ਮ ਦੀ ਇਸਤੇਮਾਲ ਕਰਕੇ ਉਹਨੇ ਆਪਣਾ ਜੱਫਾ ਪਾਇਆ ਸੀ, ਹੁਣ ਉਹ ਹਿੰਦੂਤਵਾ ਦੇ ਨਾਂ ਥੱਲੇ ਹੈ। ਸੋ ਮੈਂ ਸਮਝਦਾ ਵੀ ਅਸੀਂ ਕਾਫੀ ਪੇਸ਼ਕਦਮੀ ਕੀਤੀ ਹੈ ਆਪਣੀ ਸਟਰਗਲ ਦੇ ਵਿੱਚ, ਔਰ ਬਹੁਤ ਵਾਰ ਜਿਹੜੇ ਨਤੀਜੇ ਇਸ ਕਿਸਮ ਦੇ ਹੁੰਦੇ ਨੇ ਵਿਜ਼ੀਬਲ ਨਹੀਂ ਹੁੰਦੇ। ਹਾਂ, ਜਦੋਂ ਭਵਿੱਖ ਦੇ ਹਿਸਟੋਰੀਅਨ ਇਸ ਕਹਾਣੀ ਨੂੰ ਲਿਖਣਗੇ ਤੇ ਫਿਰ ਸਿੱਖਾਂ ਦਾ ਰੋਲ, ਜਿਵੇਂ 18ਵੀਂ ਸਦੀ 'ਚ ਮੁਗਲਿਆ ਸਲਤਨਤ ਨੂੰ ਅਪਰੂਟ ਕਰਨ, ਭਾਵੇਂ ਬਾਕੀ ਤਾਕਤਾਂ ਵੀ ਸੀ, ਭਰਤਪੁਰ ਦੇ ਜਾਟ ਵੀ ਖਲੋਤੇ, ਸਾਊਥ ਦੇ ਵਿੱਚ ਮਰਾਠੇ ਵੀ ਖਲੋਤੇ, ਲੇਕਿਨ ਸਿੱਖਾਂ ਦੀ ਕੰਸਿਸਟੈਂਟ ਅਸੀਂ ਦਿੱਲੀ ਦੇ ਨੇੜੇ ਔਰ ਦਰਾ ਖੈਬਰ ਨੂੰ ਰੋਕਣ ਵਾਲੇ ਸੀ, ਇਸ ਲਈ ਸਾਡਾ ਰੋਲ ਪਿਵਟਲ ਸੀ। ਇਸੇ ਤਰ੍ਹਾਂ ਆਉਣ ਵਾਲੇ ਪੀਰੀਅਡ ਤੁਸੀਂ ਭਾਰਤ ਦੇ ਅੱਡ-ਅੱਡ ਹਿੱਸਿਆਂ 'ਚ ਦੇਖੋਗੇ ਕਿ ਇਹ ਜਿਹੜੀ ਉਹਨਾਂ ਦੀ ਡਿਸਅਪਾਇੰਟਮੈਂਟ ਹੈ ਸਿਸਟਮ ਨਾਲ, ਯੂਪੀ 'ਚ ਲਾਅ ਐਂਡ ਆਰਡਰ ਦਾ ਕੀ ਹਾਲ ਹੈ, ਬਾਕੀ ਸੂਬਿਆਂ 'ਚ ਕੀ ਹੋ ਰਿਹਾ ਹੈ, ਲੋਕ ਚੀਕਾਂ ਮਾਰ ਰਹੇ ਨੇ, ਔਰ ਅਲਟੀਮੇਟਲੀ ਜਿਹੜਾ ਇਹ ਜਦੋਂ ਇੰਸਟੀਟਿਊਸ਼ਨਸ ਤੋਂ ਫੇਥ ਉੱਠ ਜਾਂਦਾ ਹੈ ਲੋਕਾਂ ਦਾ, ਜੁਡੀਸ਼ਰੀ ਤੋਂ ਉੱਠ ਗਿਆ, ਪੁਲਿਸ ਤੋਂ ਉੱਠਿਆ ਹੋਇਆ ਹੈ, ਸਿਸਟਮ ਸਾਰਾ ਕਰਪਟ ਹੈ, ਇਮਾਨਦਾਰ ਬੰਦੇ ਨੂੰ ਜਾਂ ਇਮਾਨਦਾਰ ਸਿਸਟਮ ਨੂੰ ਤੋੜਨਾ ਔਖਾ ਹੁੰਦਾ ਹੈ, ਕਰਪਟ ਬੰਦੇ ਨੂੰ ਢਾਣਾ ਕਿੰਨਾ ਔਖਾ ਹੁੰਦਾ ਹੈ, ਜਾਂ ਕਰਪਟ ਸਿਸਟਮ ਨੂੰ ਤੋੜਨਾ ਕਿੰਨਾ ਔਖਾ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਹ ਸਿੱਖਾਂ ਦੀ, ਮਹਾਰਾਜ ਦੀ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਕਾਮਯਾਬੀ ਹੈ ਕਿ 36 ਸਾਲ ਦੇ ਜ਼ੁਲਮਾਂ ਦੇ ਬਾਵਜੂਦ ਖਾਲਿਸਤਾਨ ਦਾ ਝੰਡਾ ਵੀ ਬੁਲੰਦ ਹੈ, ਔਰ ਅੱਜ ਵੀ ਭਾਰਤ ਦੀ ਹਕੂਮਤ ਦੇ ਲਈ ਉਹ 200 ਮਿਲੀਅਨ ਮੁਸਲਮਾਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੇ ਭਾਰਤ ਦੇ ਨਕਸ਼ੇ 'ਚ ਨੇ, 30 ਮਿਲੀਅਨ ਸਿੱਖਾਂ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਸਾਡਾ ਦੁਸ਼ਮਣ ਸਮਝਦਾ ਹੈ ਵੀ ਅਸੀਂ ਕਿੰਨੇ ਮਾਈਟੀ ਹੋ ਕੇ ਉੱਭਰੇ ਹਾਂ, ਤੇ ਜੇ ਸਾਡਾ ਆਪਣਾ ਹੀ ਇੱਕ ਤਬਕਾ ਜਿਹੜਾ ਆਪ ਭਗੌੜ ਹੈ, ਉਹ ਕਹੇ ਜੀ ਕੀ ਖੱਟ ਲਿਆ, ਬੰਦੇ ਮਰਵਾਤੇ, ਮੁੰਡੇ ਮਰਵਾਤੇ, ਮੈਂ ਸਮਝਦਾ ਵੀ ਇਹ ਤਾਂ ਇਹੋ ਜਿਹੀਆਂ ਦਲੀਲਾਂ ਦੇਣ ਵਾਲੇ ਤਾਂ ਹਮੇਸ਼ਾ ਰਹੇ ਨੇ। ਉਹ ਅੰਗਰੇਜ਼ੀ ਰਾਜ ਨੂੰ ਵੀ ਸਮਝਦੇ ਸੀ ਜੀ, ਉਹ ਅਟਲ ਹੈ, ਉਹ ਮੁਗਲਿਆ ਰਾਜ ਨੂੰ ਵੀ ਸਮਝਣ ਵਾਲੇ ਸੀ, ਲੇਕਿਨ ਜਿਹੜੀ ਤਬਦੀਲੀ ਲਿਆਉਣ ਵਾਲੇ ਨੇ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਉਹ 2% ਤੋਂ ਜ਼ਿਆਦਾ ਨਹੀਂ ਹੁੰਦੇ, ਔਰ ਇਹ ਪਰਸੈਂਟੇਜ ਸਾਡੀ ਬਰਾਬਰ ਕਾਇਮ ਹੈ ਇਸ ਸਾਰੇ ਪੀਰੀਅਡ। ਰਾਦਰ ਹੁਣ ਹੋਰ ਵੀ ਪਾਵਰਫੁਲ ਪਾਵਰ ਦੇ ਨਾਲ ਅਸੀਂ ਡਾਇਸਪੋਰਾ ਦੇ ਵਿੱਚ ਇਹਨੂੰ ਇੱਕ ਮੂਵਮੈਂਟ ਦੀ ਸ਼ਕਲ ਦਿੱਤੀ ਹੈ। ਹਾਂ ਬਿਲਕੁਲ ਭਾਈ ਸਾਹਿਬ ਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਐਕਸਪਲੇਨ ਕੀਤਾ, ਔਰ ਇਹ ਸਾਨੂੰ ਮੈਨੂੰ ਲੱਗਦਾ ਸਾਡੇ ਜਿਹੜੇ ਯੂਥ ਜਾਂ ਸਾਡੇ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ। ਕਈ ਵਾਰ ਉਹ ਨਾਮੋਸ਼ ਹੋ ਜਾਂਦੇ ਨੇ ਕਿ ਸਾਡੇ ਨਾਲ ਧੱਕਾ ਬਹੁਤ ਹੋ ਰਿਹਾ, ਸਾਡੀ ਗਿਣਤੀ ਬਹੁਤ ਘੱਟ ਆ, ਪਰ ਜਿਵੇਂ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਜਿਹੜੇ ਜੂਝਣ ਵਾਲੇ ਨਹੀਂ ਹੁੰਦੇ, ਜੁਝਾਰੂ ਹੁੰਦੇ ਨੇ, ਜਾਗਰੂਕ ਹੁੰਦੇ ਨੇ, ਉਹਨਾਂ ਦੀ ਗਿਣਤੀ ਹਮੇਸ਼ਾ ਘੱਟ ਹੁੰਦੀ ਹੈ। ਬਾਕੀ ਉਹਨਾਂ ਨੂੰ ਸਮੇਂ-ਸਮੇਂ ਦੇ ਨਾਲ ਪ੍ਰੋਜੈਕਟ ਬੇਸਿਸ ਮੈਂ ਕਹਾਂ ਕਿ ਅੱਜ ਦੀ ਲੈਂਗੁਏਜ ਤਾਂ ਉਹਨਾਂ ਨੂੰ ਫੋਲੋ ਕਰਦੇ ਨੇ। ਭਾਵੇਂ ਆਪਾਂ ਸਿੱਖ ਰਾਜ ਦੀ ਗੱਲ ਕਰ ਲਈਏ, ਉਦੋਂ ਵੀ ਸਾਡੀ ਗਿਣਤੀ 10% ਸੀਗੀ, ਤਾਂ 10% ਨੇ ਉਦੋਂ 85 ਤੇ 90% ਦੇ ਉੱਤੇ ਰਾਜ ਕੀਤਾ ਆ, ਉਹਨਾਂ ਨੂੰ ਬਰਾਬਰਤਾ ਦਿੱਤੀ ਹੈ, ਤਾਂ ਕਦੇ ਵੀ ਉਹਨਾਂ ਨੇ ਆਪ ਉਸ ਚੀਜ਼ ਦੀ ਮੰਗ ਵੀ ਕੀਤੀ ਹੈ। ਇਸ ਕਰਕੇ ਅੱਜ ਵੀ ਸਿੱਖਾਂ ਨੂੰ ਉਹ ਲੈਵਲ ਲਿਆਉਣ ਦੀ ਲੋੜ ਹੈ। ਤਾਂ ਭਾਈ ਸਾਹਿਬ ਜੀ, ਹੁਣ ਆਪਾਂ ਅਗਰ ਕਹਾਂ ਕਿ ਆਪਾਂ ਪ੍ਰੋਬਲਮਸ ਦੀ ਗੱਲ ਹਮੇਸ਼ਾ ਕਰਦੇ ਹਾਂ ਔਰ ਬਹੁਤ ਜ਼ਿਆਦਾ ਡਿਸਕਸ਼ਨ ਹੁੰਦੀਆਂ ਨੇ, ਹੁਣ ਆਪਾਂ ਅਗਰ ਇੱਕ ਪੋਜ਼ਿਟਿਵ ਸੋਲੂਸ਼ਨ ਦੇਣਾ ਹੋਵੇ, ਅਗਰ ਆਪਾਂ ਸੋਲੂਸ਼ਨ ਵੱਲ ਨੂੰ ਵਧਣਾ ਹੋਵੇ, ਕਿ ਇੱਕ ਵਿਜ਼ਨ ਦੇਣਾ ਹੋਵੇ ਕਿ ਇਹਨੂੰ ਕਿੱਦਾਂ ਅਚੀਵ ਕੀਤਾ ਜਾ ਸਕਦਾ ਹੈ, ਸਾਡੇ ਅਗਲੇ ਆਉਣ ਵਾਲੇ ਪ੍ਰੋਜੈਕਟਸ ਕੀ ਹੋਣੇ ਚਾਹੀਦੇ ਨੇ, ਸਾਨੂੰ ਕੰਮ ਕਿੱਦਾਂ ਕਰਨਾ ਚਾਹੀਦਾ ਨੇ, ਕਿਉਂਕਿ ਜ਼ਿਆਦਾਤਰ ਜਿਹੜੇ ਅਸੀਂ ਸਟੇਜਾਂ ਤੋਂ ਵੀ ਲੈਕਚਰ ਸੁਣਦੇ ਨੇ, ਗੁਰਦੁਆਰੇ ਸਟੇਜਾਂ ਤੋਂ, ਉੱਥੇ ਪ੍ਰੋਬਲਮਸ ਨੂੰ ਤਾਂ ਬਹੁਤ ਜ਼ਿਆਦਾ ਡਿਸਕਸ ਕੀਤਾ ਜਾਂਦਾ ਆ, ਸੋਲੂਸ਼ਨ ਫੋਕਸ ਥੋੜਾ ਹੁੰਦਾ ਆ, ਘੱਟ ਹੁੰਦਾ ਆ। ਤਾਂ ਆਪਾਂ ਅਗਰ ਗੱਲ ਕਰੀਏ, ਤੁਸੀਂ ਮੈਨੂੰ ਪਤਾ ਸੋਲੂਸ਼ਨ ਬੇਸ ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹੋ, ਕਾਫੀ ਗੱਲ ਕਰਦੇ ਹੋ ਆਪਣੇ ਪ੍ਰੋਗਰਾਮ ਵਿੱਚ ਵੀ, ਸੱਚ ਦੇ ਵਿੱਚ, ਕਿ ਅੱਜ ਆਪਾਂ ਗੱਲ ਕਰੀਏ ਕਿ ਇਸ ਮੁੱਦੇ ਨੂੰ, ਕਿ ਹੁਣ ਅਗਰ ਆਪਾਂ ਅੱਜ ਦੇ 2020 ਦੇ ਵਿੱਚ ਪੰਜਾਬ ਦੇ ਯੂਥ ਨੂੰ ਦੇਣਾ ਹੋਵੇ ਕਿ ਉਹਨਾਂ ਦਾ ਨੈਕਸਟ ਟਾਰਗੇਟ ਕੀ ਹੋਣਾ ਚਾਹੀਦਾ ਆ, ਉਹਨਾਂ ਨੂੰ ਆਪਣੇ ਰਾਜ ਦੇ ਲਈ ਵਧਣ ਲਈ ਜਾਂ ਆਪਣੀ ਸਵਰਨਿਟੀ ਦੇ ਲਈ ਕਿੱਧਰ ਨੂੰ ਵਧਣਾ ਚਾਹੀਦਾ ਤੇ ਕਿੱਦਾਂ ਦੇ ਕੰਮ ਕਰਨੇ ਚਾਹੀਦੇ ਨੇ? ਦੇਖੋ, ਮੈਂ ਪੰਜਾਬ ਦਾ ਯੂਥ ਹੀ ਨਹੀਂ, ਮੈਂ ਕੁੱਲ ਦੁਨੀਆ 'ਚ ਜਿੱਥੇ ਜਿੱਥੇ ਸਿੱਖ ਪੰਥ ਵੱਸਦਾ ਹੈ ਉਹਨਾਂ ਨੂੰ ਇਹ ਜ਼ਰੂਰ, ਔਰ ਇੱਕ ਦਿਨ ਜਦੋਂ ਲਾਸਟ ਟਾਈਮ ਤੁਹਾਡੇ ਨਾਲ 1-to-1 ਗੁਫ਼ਤਗੂ ਵੀ ਹੋ ਰਹੀ ਸੀ, ਮੈਂ ਸਮਝਦਾ ਵੀ ਜਦੋਂ ਕੌਮਾਂ ਦੇ ਸਟਰਕਚਰਸ, ਧਾਰਮਿਕ, ਸਮਾਜਿਕ, ਪੋਲੀਟੀਕਲ, ਉਹ ਕੰਪਰੋਮਾਈਜ਼ ਹੋ ਜਾਣ ਜਾਂ ਡੀਜਨਰੇਟ ਹੋ ਜਾਣ, ਜਿਵੇਂ ਸ਼੍ਰੋਮਣੀ ਕਮੇਟੀ ਹੈ, ਅਕਾਲੀ ਦਲ ਹੈ, ਜਿਹੜੀ ਕਦੇ 90 ਸਾਲ ਪਹਿਲਾਂ
ਸਿੱਖਾਂ ਦੀਆਂ ਪੋਲੀਟੀਕਲ ਐਸਪੀਰੇਸ਼ਨ ਦੀ ਤਰਜਮਾਨੀ ਕਰਦੇ ਸੀ, ਜਾਂ ਬਾਹਰ ਵੀ ਜੇ ਮੈਂ ਕਹਾਂ ਪਿਛਲੇ ਆਲਮੋਸਟ 4 ਦਹਾਕਿਆਂ ਤੋਂ ਮੈਂ ਬਾਹਰਲੇ ਸਟਰਕਚਰ ਨੂੰ ਵੀ ਦੇਖਦਾ ਹਾਂ, ਕੁੱਲ ਮਿਲਾ ਕੇ ਇੱਥੇ ਵੀ ਸਾਡੇ ਧਾਰਮਿਕ ਅਦਾਰੇ ਕੋਈ ਬਹੁਤ ਜ਼ਿਆਦਾ ਪ੍ਰੋਡਕਟਿਵ ਨਹੀਂ ਨੇ। ਇਹ ਨਹੀਂ ਕਿ ਪੋਲੀਟੀਕਲੀ ਨਹੀਂ ਨੇ, ਰਿਲੀਜੀਅਸਲੀ ਵੀ। ਸੋ ਮੈਂ ਸਮਝਦਾ ਉਦੋਂ ਜੇ ਤੁਸੀਂ ਸੱਚ ਪੁੱਛੋ ਤੇ ਮੈਂ ਸਮਝਦਾ ਵੀ ਸਾਡੀ ਪਹਿਲੀ ਯੂਨਿਟ ਜਿਹੜੀ ਹੈ ਉਹ ਘਰ ਹੈ, ਸਾਡੇ ਪਰਿਵਾਰ ਨੇ। ਔਰ ਜਦੋਂ ਅਸੀਂ ਯਹੂਦੀਆਂ ਦੇ, ਕਿਉਂਕਿ ਮੈਂ ਬੇਸ਼ੱਕ ਜੋ ਅੱਜ ਯਹੂਦੀ ਫਲਸਤੀਨੀਆਂ ਨਾਲ ਕਰਦੇ ਨੇ ਸਟੇਟ ਆਫ ਇਜ਼ਰਾਈਲ ਥੱਲੇ, ਉਹਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ, ਲੇਕਿਨ ਕਈ ਵਾਰ ਤੁਸੀਂ ਜਿਵੇਂ ਪਾਕਿਸਤਾਨ ਦੀ ਕਾਇਮੀ ਰਿਲੀਜਨ ਬੇਸਡ ਸਟੇਟ ਦਾ ਹੋਣਾ ਇੱਕ ਰੋਲ ਮਾਡਲ ਹੈ ਜਿਹਦੇ ਤੇ ਅਸੀਂ ਸਾਊਥ ਏਸ਼ੀਆ 'ਚ ਆਪਣੀ ਤੀਜੀ ਧਿਰ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਦੁਨੀਆ 'ਚ ਇਜ਼ਰਾਈਲ ਦਾ ਮਾਡਲ ਇਸ ਬੇਸ ਤੇ ਹੀ ਬਣਿਆ ਕਿ ਉਹ ਪਰਸੀਕਿਊਟਡ ਮਾਈਨੋਰਿਟੀ ਹੈ, ਉਹਨਾਂ ਦੇ ਉੱਤੇ ਜ਼ੁਲਮ ਹੋਏ ਨੇ, ਔਰ ਉਹਨਾਂ ਦੀ ਤਹਿਜ਼ੀਬ, ਉਹਨਾਂ ਦੇ ਮਜ਼ਹਬ ਨੂੰ ਸੇਫ ਕਰਨ ਲਈ ਉਹਨਾਂ ਨੂੰ ਮੁਲਕ ਚਾਹੀਦਾ ਜਿਹਦੇ ਥੱਲੇ ਫਲਸਤੀਨ ਨੂੰ ਵੰਡਿਆ ਗਿਆ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਵੀ ਉਸ ਮੰਜ਼ਿਲ ਤੱਕ ਪਹੁੰਚਣ ਲਈ 2000 ਸਾਲ 'ਚ ਪਰਸੀਕਿਊਟਡ ਯਹੂਦੀ ਜਿਹੜੇ ਦੁਨੀਆ ਭਰ 'ਚ ਸੀ, ਹਰ ਮਾਂ ਸੌਣ ਲੱਗੇ ਆਪਣੇ ਬੱਚੇ ਬੱਚੀ ਦੇ ਕੰਨ ਦੇ ਵਿੱਚ ਕਹਿ ਕੇ ਉਹਨੂੰ ਸਵਾਉਂਦੀ ਸੀ ਕਿ ਜਦੋਂ ਤੂੰ ਸਵੇਰੇ ਉੱਠੇਗਾ ਜਾਂ ਉੱਠੇਗੀ ਤੇ ਤੁਹਾਡਾ ਆਪਣਾ ਮੁਲਕ ਬਣਿਆ ਹੋਏਗਾ। ਜਦੋਂ ਯਹੂਦੀ ਜੋੜਾ ਆਪਣੇ ਵਿਆਹ ਦੇ ਲਈ ਬੈਠਦਾ ਸੀ, ਯਹੂਦੀ ਰਸਮਾਂ ਹੁੰਦੀਆਂ ਸੀ, ਤੇ ਉਦੋਂ ਇਹ ਪੜ੍ਹਿਆ ਜਾਂਦਾ ਸੀ ਹਿਬਰੂ ਜ਼ਬਾਨ ਦੇ ਵਿੱਚ ਕਿ ਐ ਫਲਸਤੀਨ ਫਲਾਂ ਫੁੱਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਦੋ ਯਹੂਦੀ ਮਿਲ ਕੇ ਵਿਛੜਨ ਲੱਗਿਆ ਇੱਕ ਦੂਜੇ ਨੂੰ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ ਮਿਲਾਂਗੇ। ਹੁਣ ਇਹ ਹੈ ਫੇਥ, ਜਿਹਦੇ ਥੱਲੇ ਕੱਲਾ ਫੇਥ ਨਹੀਂ ਹੈ, ਤੁਸੀਂ ਆਪਣੀ ਆਜ਼ਾਦੀ ਦੀ ਲੈਗੇਸੀ ਨੂੰ ਆਪਣੀਆਂ ਜਨਰੇਸ਼ਨਸ ਨੂੰ ਦੇ ਰਹੇ ਹੋ। ਔਰ ਸਾਡੇ ਲਈ ਤਾਂ ਜਿਹੜੀ ਸਾਡੀ ਅਰਦਾਸ ਜਿਹੜੀ 5 ਸਦੀਆਂ ਦੇ ਵਿੱਚ 5.5 ਸਦੀਆਂ 'ਚ ਮੁਕੰਮਲ ਹੁੰਦੀ ਹੈ, ਅਸੀਂ ਗੁਰੂ ਤੋਂ ਮੰਗਦੇ ਹਾਂ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਹੁਣ ਇਹ ਇਸ਼ਨਾਨ ਸਿਰਫ ਇੱਕ ਰਿਲੀਜੀਅਸ ਜਿਹੜੀ ਹੈ ਉਹ ਚੁੱਭੀ ਨਹੀਂ ਹੈ, ਇਹ ਮੀਰੀ ਪੀਰੀ ਦੀ ਫਰੀडम ਦੀ ਗੱਲ ਹੈ। ਅੰਮ੍ਰਿਤਸਰ ਜੀ ਦੇ ਸਾਡੇ ਮੀਰੀ ਪੀਰੀ ਦਾ ਐਮਬੋਡੀਮੈਂਟ ਆਜ਼ਾਦ ਹੋਏ, ਔਰ ਇਸੇ ਚੋਂ ਹੀ ਸਾਡਾ ਕਨਸੈਪਟ ਆਜ਼ਾਦੀ ਦਾ ਲਗਾਤਾਰਤਾ ਦੇ ਨਾਲ ਜਦੋਂ ਅਸੀਂ ਰੋਜ਼ਾਨਾ ਆਪਣਾ ਇਹ ਸੰਕਲਪ ਦੁਹਰਾਉਂਦੇ ਹਾਂ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਹੁਣ ਬੋਲਬਾਲਾ ਸ਼ਬਦ ਫਾਰਸੀ ਦਾ ਹੈ ਜਿਹਦਾ ਮਤਲਬ ਹੈ ਬਾਲੇ ਦਾ ਉੱਚਾ, ਕਿ ਖਾਲਸੇ ਦਾ ਬੋਲ ਉੱਚਾ, ਜਿਹਨੂੰ ਸਰਦਾਰ ਕਪੂਰ ਸਿੰਘ ਟਰਾਂਸਲੇਟ ਕਰਦੇ ਨੇ 20ਵੀਂ ਸਦੀ ਦੇ ਸਿੱਖ ਸਕਾਲਰ, ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਤੇ ਡਿਸੀਜਨ ਮੇਕਿੰਗ ਪਾਵਰ ਤੁਹਾਡੀ ਜਿਹੜਾ ਖਾਲਿਸਤਾਨ ਹੈ ਉਹ ਤੁਹਾਡੀ ਡਿਸੀਜਨ ਮੇਕਿੰਗ ਪਾਵਰ ਹੀ ਹੈ। ਜੇ ਤਾਂ ਸਿਰਫ ਅਹੁਦੇ ਗਿਣਨੇ ਹੋਣ ਤਾਂ ਤੁਸੀਂ 3600 ਗਿਣਾ ਸਕਦੇ ਹੋ ਕਿ ਜੀ ਭਾਰਤ ਦੇ ਨਕਸ਼ੇ 'ਚ ਹੋਏ। ਸੋ ਮੈਂ ਇਹ ਸਮਝਦਾ ਵੀ ਆਪਣੇ ਘਰਾਂ ਨੂੰ ਸੰਭਾਲ ਲਈਏ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਆਪਣੇ ਬੱਚੇ ਬੱਚੀਆਂ ਨੂੰ। ਠੀਕ ਹੈ, ਇੱਥੇ ਇੱਕ ਜੇ ਪਹਿਲੀ ਜਨਰੇਸ਼ਨ ਸਟਰਗਲ ਕਰਦੀ ਹੈ, ਅਸੀਂ ਬੜੇ ਮੀਨੀਅਲ ਜੌਬਸ ਤੋਂ ਸ਼ੁਰੂ ਕਰਦੇ ਹਾਂ, ਫਿਰ ਅਸੀਂ ਐਸਟੈਬਲਿਸ਼ ਹੁੰਦੇ ਹਾਂ। ਦੂਸਰੀ ਜਨਰੇਸ਼ਨ ਬਾਰੇ ਜਿਹੜੀ ਸਾਡੀ ਹੁੰਦੀ ਹੈ ਉਹਨੂੰ ਅਸੀਂ ਸੋਚਦੇ ਹਾਂ ਕਿ ਚੰਗੀ ਵਿੱਦਿਆ ਦਈਏ, ਡਾਕਟਰ, ਇੰਜੀਨੀਅਰ, ਪ੍ਰੋਫੈਸ਼ਨਲਸ ਹੋਣ, ਬਹੁਤ ਚੰਗੀ ਗੱਲ ਹੈ। ਪਰ ਮੈਂ ਸਮਝਦਾ ਵੀ ਹੋ ਕੀ ਰਿਹਾ, ਮੈਂ ਅਮਰੀਕਾ ਦੇ ਹਵਾਲੇ ਨਾਲ ਕੈਨੇਡਾ, ਇੰਗਲੈਂਡ ਉਸ ਤੋਂ ਪਹਿਲਾਂ ਦੇਖ ਸਕਦਾ ਕਿ ਜਿੱਥੇ ਸਾਡੇ ਬੱਚੇ ਬੱਚੀਆਂ ਚੰਗੀ ਤਾਲੀਮ ਵੀ ਲੈਂਦੇ ਨੇ। ਇੱਕ ਤਾਂ ਉਹ ਨੇ ਜਿਹੜੇ ਸੈਕੰਡ ਜਨਰੇਸ਼ਨ ਵੀ ਤਾਲੀਮ 'ਚ ਨਹੀਂ ਆਏ, ਉਹ ਤਾਂ ਔਡ ਜੌਬਸ ਤੇ ਹੀ ਰਹਿੰਦੇ ਨੇ। ਜਿਹੜੇ ਤਾਲੀਮ ਯਾਫਤਾ ਵੀ ਨੇ ਉਹ ਦੁਨਿਆਵੀ ਤਾਲੀਮ ਲੈਂਦੇ ਨੇ, ਸਿੱਖੀ ਵੈਲਿਊਜ਼ ਜਿਹੜੀਆਂ ਕੱਲੀਆਂ ਪਹਿਰਾਵੇ ਤੱਕ ਜਾਂ ਖਾਲਸਾਈ ਬਾਣੇ ਤੱਕ ਮਹਦੂਦ ਨਹੀਂ ਨੇ। ਪੋਲੀਟੀਕਲ ਜਿਹੜਾ ਉਹਦਾ ਕਨਸੈਪਟ ਹੈ ਉਹ ਅਸੀਂ ਐਕਸਪੈਕਟ ਕਰੀਏ ਕਿ ਗੁਰਦੁਆਰੇ 'ਚ 2 ਘੰਟੇ ਉਹ ਬਹਿਣਗੇ, ਉਹਨਾਂ ਨੂੰ ਸਮਝ ਨਹੀਂ। ਸੋ ਮੈਂ ਸਮਝਦਾ ਵੀ ਇਹਦੇ ਲਈ ਸਾਡਾ ਰੋਲ ਮਾਡਲ ਯਹੂਦੀਆਂ ਦਾ ਉਹ ਸਟਰਕਚਰ, ਜਨਰੇਸ਼ਨ ਟੂ ਜਨਰੇਸ਼ਨ। ਆਪਣੇ ਬੱਚੇ ਬੱਚੀਆਂ ਨੂੰ ਅਸੀਂ ਜਿੱਥੇ ਇੱਥੋਂ ਦੇ ਸਿਸਟਮ 'ਚ ਕਾਬਲ ਬਣਾਉਣਾ, ਉੱਥੇ ਵੈਲਿਊਜ਼ ਜਿਹੜੀਆਂ ਧਾਰਮਿਕ ਵੀ ਨੇ ਔਰ ਪੋਲੀਟੀਕਲ ਵੀ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਲਿਬਰੇਜ ਕਰੀਏ, ਭਰਦੇ ਹੀ ਹੈ ਉਹਨਾਂ ਨੂੰ, ਤਾਂ ਕਿ ਇਹ ਲੈਗੇਸੀ ਤੁਰਦੀ ਰਹੇ। ਇਹਨਾਂ ਚੋਂ ਹੀ ਲੀਡਰਸ਼ਿਪ, ਇਹੀ ਹਾਲ ਪੰਜਾਬ ਦੇ ਲਈ ਹੈ। ਮੈਂ ਸਮਝਦਾ ਵੀ ਇਸ ਵੇਲੇ ਬਜਾਏ ਤਨਕੀਦ ਕਰਨ ਦੇ ਕਿ ਸ਼੍ਰੋਮਣੀ ਕਮੇਟੀ ਹੈ, ਉਹ ਤਾਂ ਨਜ਼ਰ ਆ ਰਿਹਾ ਕੀ ਕਰ ਰਹੇ ਨੇ, ਅਕਾਲੀ ਦਲ ਕੀ ਕਰ ਰਿਹਾ, ਦੂਜੇ ਕੀ ਕਰ ਰਹੇ ਨੇ। ਪਰ ਜੇ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਅਸੀਂ ਮਸਲੇ ਵੀ ਗਿਣਾਉਂਦੇ ਹਾਂ, ਸਮੱਸਿਆਵਾਂ ਵੀ ਗਿਣਾਉਂਦੇ ਹਾਂ, ਸੋਲੂਸ਼ਨ। ਸੋ ਮੈਂ ਪਹਿਲਾ ਸਟੈਪ ਔਰ ਜਿਹੜਾ ਮੋਸਟ ਪਾਵਰਫੁਲ ਹੈ
ਆਪਣੇ ਘਰਾਂ ਨੂੰ ਸੰਭਾਲਣਾ, ਇਹ ਪਹਿਲੀ ਗੱਲ ਹੈ। ਦੂਸਰਾ ਮੈਂ ਸਮਝਦਾ ਵੀ ਬਹੁਤ ਵਾਰ ਸਾਡੇ ਏਕਤਾ ਲਫ਼ਜ਼ ਬਹੁਤ ਦੁਹਰਾਇਆ ਜਾਂਦਾ ਹੈ, ਹਾਲਾਂਕਿ ਬਹੁਤਿਆਂ ਨੇ ਇਹਦਾ ਮਤਲਬ ਕੋਈ ਹੋਰ ਬਣਾਇਆ ਹੋਇਆ। ਮੈਂ ਇਹ ਸਮਝਦਾ ਕਿ ਏਕਤਾ ਕਿਸੇ ਦੇਵੀ ਦਾ ਨਾਂ ਨਹੀਂ ਹੈ ਜਿਹਦੀ ਤੁਸੀਂ ਪੂਜਾ ਕਰਨੀ ਹੈ, ਕਿਸੇ ਥਾਲ 'ਚ ਦੀਵੇ ਜਗਾ ਕੇ ਤੇ ਦੇਵੀ ਨੂੰ ਮਨਾਉਣਾ ਹੈ ਵੀ ਏਕਤਾ ਦੀ ਦੇਵੀ ਮੰਨ ਜਾਏ। ਮੈਂ ਸਮਝਦਾ ਵੀ ਕਿਸੇ ਖਿੱਤੇ ਦੇ ਲੋਕਾਂ ਦਾ ਸੁਭਾਅ ਉਸ ਮਾਸ਼ਰੇ ਦੇ ਮੁਤਾਬਕ ਬਣਿਆ ਹੁੰਦਾ। ਜੇ ਅਸੀਂ ਉਸ ਖਿੱਤੇ 'ਚੋਂ ਆਏ ਹਾਂ ਜਿੱਥੇ ਖਾਧਾ ਪੀਤਾ ਲਾਹੇਦਾ ਵਾਲੀ ਗੱਲ ਸੀ, ਕੁਛ ਸਰਟਨ ਨਹੀਂ ਸੀ, ਮੌਸਮ ਵੀ ਤਿੱਖੇ ਸੀ, ਗਰਮੀ ਵੀ ਹੈ, ਠੰਡ ਵੀ ਹੈ, ਹਮਲਾਵਰ ਵੀ ਨੇ, ਦਿੱਲੀ ਦੇ ਨੇੜੇ ਹੈ, ਕਦੋਂ ਹਕੂਮਤ ਬਦਲ ਜਾਣੀ ਹੈ, ਨਵੇਂ ਨੇ। ਸੋ ਅਸੀਂ ਐਮਰਜੈਂਸੀ ਸਿਚੁਏਸ਼ਨ ਲਈ ਤਾਂ ਟ੍ਰੇਨਡ ਹੈ, ਪਰ ਪਲੈਨਿੰਗ ਦੇ ਨਾਲ ਲੰਬਾ ਵਕਤ ਉਹ ਪਲੈਨਿੰਗ ਤਾਂ ਐਗਜ਼ਿਸਟ ਹੀ ਨਹੀਂ ਸੀ ਕਰਦੀ। ਇਹ ਸਾਡੇ 'ਚ ਇੱਕ ਕਮੀ ਵੀ ਹੈ, ਪਰ ਉਸ ਐਗਰੈਸਿਵਨੈਸ ਨੇ ਸਾਨੂੰ ਦੁਨੀਆ ਦੇ ਹਰ ਕੋਨੇ 'ਚ ਵੀ ਪਹੁੰਚਾਇਆ। ਉੱਥੋਂ ਸਾਡਾ ਕੋਈ ਵੀ ਨੌਜਵਾਨ ਬੱਚਾ ਨਿਕਲ ਪੈਂਦਾ ਹੈ, ਤਾਲੀਮ ਵੀ ਨਹੀਂ ਹੈ, ਏਜੰਟਾਂ ਦੇ ਢਹਿ ਵੀ ਚੜ੍ਹਦੇ ਨੇ, ਕਿਤੇ ਵੜ ਗਏ, ਉੱਥੋਂ ਨਿਕਲੇ, ਸੁਰੰਗ ਟੱਪੇ, ਜੰਗਲ ਆਏ, ਆ ਗਏ, ਮਹੀਨੇ ਬਾਅਦ ਉਹ ਬੈਠੇ ਹੁੰਦੇ ਨੇ ਟੈਕਸੀ ਚਲਾਉਣ ਦੇ ਲਈ, ਲਾਇਸੈਂਸ ਕਿਸੇ ਦਾ, ਸੋਸ਼ਲ ਸਿਕਿਉਰਿਟੀ ਨੰਬਰ ਕਿਸੇ ਦਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿੱਥੇ ਸਾਡਾ ਇੱਕ ਕਰੈਕਟਰ ਹੈ, ਜਿੱਥੇ ਅਸੀਂ ਸਰਵਾਈਵ ਕਰਦੇ ਹਾਂ, ਉੱਥੇ ਕਲੈਕਟਿਵ ਲੀਡਰਸ਼ਿਪ ਦੇ ਰਸਤੇ 'ਚ ਐਗਰੈਸਿਵਨੈਸ ਇੱਕ ਰੁਕਾਵਟ ਵੀ ਹੈ, ਕਿਉਂਕਿ ਹੰਨੇ ਮੀਰੀ ਹੈ, ਕੋਈ ਕਿਸੇ ਦੇ ਨਾਲ ਕਲੈਕਟਿਵਲੀ ਜਿਹੜੇ ਹੈ ਉਹ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹਦੇ 'ਚੋਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਵੀ ਨਿਕਲਦੀਆਂ ਨੇ, ਵੱਖ-ਵੱਖ ਝੰਡੇ ਵੀ ਨਿਕਲਦੇ ਨੇ, ਤਕਰਾਰ ਵੀ ਨਿਕਲਦੇ ਨੇ, ਪਰ ਮੈਂ ਸਮਝਦਾ ਇਹਨੂੰ ਅਸੀਂ ਸਟਰੈਂਥ ਸਮਝੀਏ। ਇਹ ਜਿਵੇਂ ਸਾਡੇ ਸੁਭਾਅ ਦਾ ਹਿੱਸਾ ਹੈ, ਪਠਾਣਾ ਦੇ ਵੀ ਸੁਭਾਅ ਦਾ ਇਹ ਹਿੱਸਾ ਹੈ, ਪਰ ਉਹਨਾਂ ਨੇ ਇੱਕ ਜਰਗਾ ਬਣਾ ਲਿਆ ਕਿ ਭਾਈ ਘੱਟੋ ਘੱਟ ਜਿਹੜੇ ਕ੍ਰਾਈਸਿਸ ਦੇ ਪੀਰੀਅਡ ਨੇ ਉਹ ਲੜਦੇ ਰਹਿੰਦੇ ਨੇ, ਕੋਈ ਦੁਸ਼ਮਣ ਨਾਲ ਆਪਸ ਲੜਦੇ ਨੇ, ਲੇਕਿਨ ਇੱਕ ਮੈਕੈਨਿਜ਼ਮ ਹੈ। ਇਹਦੇ ਕਰਕੇ ਅਫਗਾਨਿਸਤਾਨ ਨੂੰ ਕਦੇ ਕੋਈ ਪੱਕੇ ਤੌਰ ਤੇ ਗੁਲਾਮ ਨਹੀਂ ਰੱਖ ਸਕਿਆ। ਸੋ ਸਾਡਾ ਵੀ ਸਰਬੱਤ ਖਾਲਸਾ ਦਾ ਕਾਨਸੈਪਟ, ਜਿਹਦੇ 'ਚ ਅੱਡ-ਅੱਡ ਮਿਸਲਾਂ ਦੇ ਝੰਡੇ ਸੀ, ਇੱਕ ਟੁਗੈਦਰਨੈਸ ਸੀ ਕਿ ਭਾਈ ਕ੍ਰਾਈਸਿਸ ਨੂੰ ਹੈਂਡਲ ਕਰਨ ਲਈ ਟੁਗੈਦਰ ਹੈ, ਝੰਡੇ ਆਪਣੇ ਅੱਡ-ਅੱਡ ਰੱਖੋ। ਔਰ ਮੈਂ ਸਮਝਦਾ ਵੀ ਅਸੀਂ ਖੂਬਸੂਰਤੀ ਨਾਲ ਪਿਛਲੇ 30-35 ਸਾਲ 'ਚ ਮੈਂ ਅਮਰੀਕਾ ਦੇ ਹਵਾਲੇ ਨਾਲ ਦੇਖਦਾ ਹੈ, ਕੈਨੇਡਾ 'ਚ ਦੇਖਦਾ ਹੈ, ਬੇਸ਼ੱਕ ਮਤਭੇਦ ਵੀ ਹੁੰਦੇ ਨੇ, ਲੱਤਾਂ ਖਿੱਚਣ ਦਾ ਵੀ ਸਾਡੇ ਕਲਚਰ ਦਾ ਹੀ ਹਿੱਸਾ, ਉਹ ਵੀ ਨਾਲ ਹੀ ਲੈ ਕੇ ਆਏ ਸੀ, ਪਰ ਇਹਦੇ ਬਾਵਜੂਦ ਅਸੀਂ ਇਹ ਸਿੱਖ ਲਿਆ ਕਿ ਇਸ਼ੂਜ਼ ਦੇ ਉੱਤੇ, ਔਰ ਮੈਂ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਬਾਬਰੀ ਮਸਜਿਦ ਢਾਹ ਕੇ ਜਿਹੜਾ ਮੰਦਿਰ ਬਣਾਉਣ ਦੀ ਨੌਟੰਕੀ ਇਹਨਾਂ ਨੇ 5 ਅਗਸਤ ਨੂੰ ਕੀਤੀ। ਹੁਣ ਸਿੱਖ ਇਸ ਤੇ ਆਏ ਵੀ ਨਹੀਂ, ਅਸੀਂ ਉੱਥੇ ਨਹੀਂ ਜਾਣਾ, ਹੈ ਨਾ। ਇਹਦੇ ਥੱਲੇ ਉੱਥੋਂ ਦੇ ਇਕੱਲੇ ਪੰਜਾਬ ਦੇ ਜਥੇਦਾਰ ਹੀ ਨਹੀਂ, ਜਿਹੜੇ ਸ਼੍ਰੋਮਣੀ ਕਮੇਟੀ ਦੇ, ਬਾਦਲਾਂ ਦਾ ਅਲਾਇੰਸ ਹੈ, ਬੀਜੇਪੀ ਦੇ, ਈਵਨ ਪਟਨਾ ਸਾਹਿਬ, ਹਜ਼ੂਰ ਸਾਹਿਬ, ਜਿਹੜਾ ਮੈਨੂੰ ਸ਼ੁਰੂ 'ਚ ਲੱਗਦਾ ਸੀ ਵੀ ਉੱਥੇ ਸ਼ਿਵ ਸੈਨਾ ਬੈਠੀ ਹੈ, ਬਟ ਇਹ ਚਲੇ ਜਾਣਗੇ। ਲੇਕਿਨ ਮੈਂ ਸਮਝਦਾ ਵੀ ਇਸ ਤੋਂ ਵੱਡਾ ਸਾਡਾ ਏਕਤਾ ਦਾ ਕੀ ਸਬੂਤ ਹੋ ਸਕਦਾ ਹੈ ਕਿ 3-4 ਉਹ ਡਿਸਗਰੰਟਡ ਜੇ ਲੋਕ, ਇੱਕੋ ਬਦਖਲਾਕ ਜਿਹਾ ਆਦਮੀ ਜਿਹੜਾ ਕੱਢਿਆ ਹੋਇਆ, ਉਹਦੇ ਬਜਾਏ ਸਾਰੀ ਸਿੱਖ ਕੌਮ ਬਾਈਕਾਟ ਤੇ ਖਲੋ ਜਾਂਦੀ ਹੈ, ਇਹ ਜਾਣਦਿਆਂ ਹੋਇਆ ਵੀ ਇਹਦੇ ਕਨਸੀਕੁਐਂਸਿਸ ਕੀ ਹੋਣਗੇ। ਹਿੰਦੂ ਤਵੀ ਅਸੀਂ ਡਾਇਰੈਕਟ ਇਨ ਦਾ ਹਾਰਮਸ ਵੇ ਆਏ ਹਾਂ, ਮਸੀਤ ਨਾਲ ਸਾਡਾ ਕੋਈ ਸਿੱਧਾ ਤਾਲੁਕ ਨਹੀਂ ਸੀ, ਲੇਕਿਨ ਸਾਨੂੰ ਲੱਗਾ ਵੀ ਨਹੀਂ ਇਹ ਧੱਕਾ ਕਰ ਰਹੇ ਨੇ, ਅਸੀਂ ਇਹਦੇ ਤੇ ਹਿੱਸਾ ਨਹੀਂ ਬਣ। ਸੋ ਇਹਦੇ 'ਚ ਹੁਣ ਕੌਣ ਕਿਹਨੂੰ ਕਹਿਣ ਗਿਆ, ਕੋਈ ਇੱਕ ਝੰਡਾ ਤਾਂ ਅਸੀਂ ਬਣਾਇਆ ਨਹੀਂ ਵੀ ਉਹਦੇ ਥੱਲੇ ਬਹਿ ਜਾਓ, ਪ੍ਰੋਜੈਕਟ ਆ ਗਿਆ ਭਾਈ ਨਹੀਂ ਜਾਣਾ, ਸਭ ਨੇ ਉਹਨੂੰ ਫੋਲੋ ਕੀਤਾ। ਸੋ ਮੈਂ ਸਮਝਦਾ ਵੀ ਇਹ ਮਾਡਲ ਸਾਨੂੰ ਆਪਣੇ ਅੱਡ-ਅੱਡ ਮੁਲਕਾਂ ਦੇ ਵਿੱਚ ਵੀ, ਔਰ ਵਰਲਡ ਸਿੱਖ ਪਾਰਲੀਮੈਂਟ ਇੱਕ ਹੋਪ ਹੈ। ਮੈਂ ਅਕਸਰ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕਾਫੀ ਉਦਮੀ ਨੇ, ਇੱਥੇ ਐਜ਼ ਏ ਕੋਆਰਡੀਨੇਟਰ ਉਦਮ ਕਰਦੇ ਨੇ, ਮੈਂ ਉਹਨਾਂ ਨੂੰ ਇਹ ਕਹਿੰਦਾ ਜੀ ਕਿ ਇਹ ਇੱਕ ਗੁਰੂ ਨੇ ਕੁਰਬਾਨੀ ਸਿੰਘਾਂ ਦੀ ਚੋਂ ਹੀ ਸਰਬੱਤ ਖਾਲਸਾ 26 ਜਨਵਰੀ 1986 ਦਾ ਨਿਕਲਿਆ ਸੀ, ਉਹਦੇ ਚੋਂ ਪੰਥਕ ਕਮੇਟੀ ਨਿਕਲੀ ਸੀ, ਉਹਦੇ ਚੋਂ ਜੁਝਾਰੂ ਜਥੇਬੰਦੀਆਂ ਨੇ। ਅਗਲੇ 10 ਸਾਲ ਖਾਲਿਸਤਾਨ ਦੀ ਸਪਿਨ ਉਸ ਸਰਬੱਤ ਖਾਲਸਾ ਨੇ, ਜਿਹਨੇ ਖਾਲਿਸਤਾਨ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਡਿਕਲੇਅਰ ਕੀਤਾ, ਨਿਸ਼ਾਨਾ ਮਿੱਥ ਦਿੱਤਾ। ਮੈਂ ਕਿਹਾ ਜੀ 2015 ਦਾ ਜਿਹੜਾ ਸਰਬੱਤ ਖਾਲਸਾ, ਉਹਦੇ ਚੋਂ ਵਰਲਡ ਸਿੱਖ ਪਾਰਲੀਮੈਂਟ ਨਿਕਲੀ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਨਿਕਲੇ ਨੇ, ਜਿਹੜੇ ਬਿਲਕੁਲ ਨਿਡਰ ਨੇ, ਬੇੜੀਆਂ ਹਥਕੜੀਆਂ 'ਚ ਹੁੰਦਿਆਂ ਵੀ ਆਜ਼ਾਦੀ ਦੀ ਇੰਪਲਸ ਹੈ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਜਾਂਦੇ ਨੇ, ਇਸ ਕਿਸਮ ਦੇ ਜਿਹੜੇ ਆਈਕਨ ਨੇ। ਸੋ ਇਹ ਸਾਡੇ ਲਈ ਓਪਰਚੁਨਿਟੀ, ਔਰ ਵਰਲਡ ਸਿੱਖ ਪਾਰਲੀਮੈਂਟ ਇੱਕ ਅੰਬ੍ਰੈਲਾ ਇਸ ਕਿਸਮ ਦਾ ਹੈ ਜਿਹਦੇ ਥੱਲੇ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਇੰਡੀਵਿਜੂਅਲ ਰਿਲੀਜੀਅਸ ਪਲੇਟਫਾਰਮ ਤੇ ਕੰਮ ਕਰਦੇ ਨੇ, ਉਹਨਾਂ ਦੇ ਲਈ ਵੀ ਥਾਂ ਹੈ, ਸੋਸ਼ਲ ਵਾਲਿਆਂ ਦੇ ਲਈ ਵੀ ਹੈ, ਤਹਿਜ਼ੀਬ ਵਾਲਿਆਂ ਲਈ ਵੀ ਹੈ, ਪੋਲੀਟੀਕਲ ਵਾਲਿਆਂ ਦੇ ਲਈ ਵੀ ਹੈ। ਮੈਂ ਸਮਝਦਾ ਕਿ ਇਹਨੂੰ ਸਾਨੂੰ ਹੋਰ ਵੀ
ਵਸੀਕਰਨ ਦੀ ਲੋੜ ਹੈ, ਕਿਉਂਕਿ ਤੁਸੀਂ ਸੋਲੂਸ਼ਨ ਦੀ ਗੱਲ ਕਰਦੇ ਹੋ, ਕਿਉਂਕਿ ਹੁਣ ਸਾਡੀ ਮੂਵਮੈਂਟ ਇੰਟਰਨੈਸ਼ਨਲ ਪੱਧਰ ਤੇ ਰੈਕਗਨੀਸ਼ਨ ਹਾਸਲ ਕਰ ਚੁੱਕੀ ਹੈ। ਜੇ ਇੰਡੀਅਨ ਗਵਰਨਮੈਂਟ ਦੀ ਮਜਬੂਰੀ ਇਹ ਬਣਦੀ ਹੈ ਕਿ ਜੋ ਕੈਨੇਡੀਅਨ ਫੋਰਨ ਆਫਿਸ ਨੂੰ ਪੁੱਛ ਰਹੇ ਨੇ ਕਿ ਜੀ ਦੱਸੋ ਤੁਸੀਂ ਰੈਫਰੈਂਡਮ 2020 ਨੂੰ ਮਾਨਤਾ ਦਿਓਗੇ ਕਿ ਨਹੀਂ ਦਿਓਗੇ, ਬਈ ਦੱਸੋ ਉਹਨਾਂ ਤੋਂ ਮਾਨਤਾ ਮੰਗੀ ਕਿਨੇ ਹੈ, ਨਾਲੇ ਕੋਈ ਬਾਈਂਡਿੰਗ ਤਾਂ ਹੈ ਨਹੀਂ। ਇੰਗਲੈਂਡ ਦੇ ਵਿੱਚ ਉਹ ਆਪਣੇ ਇੱਕ ਟੁਚੇ ਲਾਰਡ ਤੋਂ ਕਵਾ ਰਹੇ ਨੇ ਜੀ, ਮੈਂ ਬੋਰਿਸ ਜੌਨਸਨ ਨਾਲ ਗੱਲ ਕੀਤੀ ਔਰ ਉਹਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਸਪੋਰਟ ਨਹੀਂ ਕਰਦੇ ਖਾਲਿਸਤਾਨ ਨੂੰ। ਔਰ ਅੱਜ ਸਾਡੀ ਪਾਵਰ ਹੈ ਕਿ ਬੀਬੀ ਪ੍ਰੀਤ ਕੌਰ ਗਿੱਲ ਉਸੇ ਪਾਰਲੀਮੈਂਟ 'ਚ ਬੈਠੇ ਹੋਏ ਇੰਗਲੈਂਡ ਦੇ ਹਾਊਸ ਆਫ ਕਾਮਨਸ, ਉਹ ਉਹਨੂੰ ਚੈਲੰਜ ਕਰਦੇ ਆ, ਕਹਿੰਦੇ ਨੇ ਕਿ ਭਾਈ ਇਹ ਤਾਂ UN ਚਾਰਟਰ ਦੇ ਥੱਲੇ ਕਵਰ ਹੈ ਖਾਲਿਸਤਾਨ ਦੀ ਗੱਲ। ਸੋ ਇਹ ਸਾਡੀ, ਜਾਂ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਜਦੋਂ ਗੱਜਦਾ ਹੈ ਗੂੰਜਦਾ ਹੈ ਕਸ਼ਮੀਰੀਆਂ ਦੀ ਗੱਲ ਹੋਏ, ਸਿੱਖਾਂ ਦੀ ਹੋਏ, ਸੋ ਮੈਂ ਸਮਝਦਾ ਵੀ ਅਸੀਂ ਤਾਂ ਬਹੁਤ ਜਲਦੀ, ਜਿੰਨੀ ਇਹ ਸਾਡੀ ਛੋਟੀ ਗਿਣਤੀ ਸੀ, ਜਿੰਨੇ ਔਡ ਸੀ, ਜਿੰਨੇ ਚੈਲੰਜਸ ਸੀ, ਅਸੀਂ ਤਾਂ ਆਪਣੀ ਮੰਜ਼ਿਲ ਦੇ ਕਰੀਬ ਹੈ। ਅੱਜ ਦੁਨੀਆ ਭਰ ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਜਿਹਦੇ 'ਚ ਡੈਮੋਕ੍ਰੈਟ ਵੀ ਨੇ, ਰਿਪਬਲਿਕਨ ਵੀ ਨੇ। ਹਾਲਾਂਕਿ ਉਹਨਾਂ 'ਚ ਕੋਈ ਸਿੱਖ ਕਾਂਗਰਸਮੈਨ ਨਹੀਂ ਹੈ, ਲੇਕਿਨ ਜੇ ਸਿੱਖ ਕਾਕਸ ਬਣਦੀ ਹੈ ਇੰਡੀਆ ਕਾਕਸ ਦੇ ਪੈਰਲਲ, ਅਮਰੀਕਾ 'ਚ ਤੁਸੀਂ ਨਿਊ ਜਰਸੀ ਸਟੇਟ ਦੇਖਦੇ ਹੋ, ਪੈਨਸਿਲਵੇਨੀਆ ਦੇਖਦੇ ਹੋ, ਕਿੰਨਿਆਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਨਿਆ, ਕਿੰਨਿਆਂ ਨੇ ਸਿੱਖਾਂ ਦੀ ਵੱਖਰੀ ਹੋਂਦ ਮੰਨੀ ਹੈ, ਕਿੰਨਿਆਂ ਨੇ ਤੁਹਾਡੇ ਮੁਲਕਾਂ ਦੇ ਵਿੱਚ ਵੀ ਜਿਹੜੀ ਹੈ ਉਹ ਪ੍ਰੋਗਰੈਸ, ਜਿਵੇਂ ਹੁਣ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਪਾਪੂਲੇਸ਼ਨ ਤੁਹਾਡੀ ਸਿੱਖਾਂ ਦੀ 200-300% ਵਧੀ ਹੈ, ਜਿੰਨੀ ਤੇਜ਼ੀ ਦੇ ਨਾਲ ਉੱਥੇ ਲੋਕ ਸਿੱਖ ਆਏ ਨੇ, ਤੁਹਾਡਾ ਇੱਕ ਆਪਣਾ ਬਣ ਰਿਹਾ। ਸੋ ਇਹ ਵੀ ਕੋਈ ਗੁਰੂ ਦੇ ਹੁਕਮ 'ਚ ਹੈ ਕਿ ਅਲਟੀਮੇਟਲੀ ਡਾਇਸਪੋਰਾ ਸਿੱਖ ਗੇਮ ਚੇਂਜਰ ਹੈ, ਤੇ ਪੰਜਾਬ ਦੇ ਸਿੱਖਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ, ਉਹਨਾਂ ਦੀ ਪ੍ਰੋਗਰਾਮਿੰਗ ਹੋਈ ਹੈ। ਜਦੋਂ ਇੱਕ ਕ੍ਰੈਡੀਬਲ ਸਿਸਟਮ, ਕ੍ਰੈਡੀਬਲ ਸਟਰਕਚਰ ਸਾਹਮਣੇ ਆ ਕੇ ਉੱਥੇ ਜਿਹੜਾ ਉਸ ਨੂੰ ਲਲਕਾਰਾ ਮਾਰੇਗਾ, ਉਹ ਤਾਂ ਘਰੋਂ ਉਹੀ ਦਾਤੀਆਂ, ਉਹੀ ਗੈਂਤੀਆਂ, ਉਹੀ ਜੋ ਹੈ ਉਹ ਜਿਵੇਂ ਬੰਦਾ ਸਿੰਘ ਬਹਾਦਰ ਦੇ ਵੇਲੇ ਸੀ ਕਿ ਜਦੋਂ ਆਇਆ ਜਿਹੜਾ ਸਿੱਖ ਹੈ ਕਿਸਾਨ ਆਪਣਾ ਹੱਲ ਲੈ ਕੇ ਲੋਹਾਰ ਕੋਲ ਗਿਆ ਵੀ ਇਹਨੂੰ ਢਾਲ ਕੇ ਤਲਵਾਰ ਬਣਾ ਦੇ, ਮਿਆਨ ਵੀ ਨਹੀਂ ਆ, ਉੱਤੇ ਹੀ ਲੀਰ ਲਪੇਟੀ ਹੋਈ ਆ ਗਿਆ ਕਿ ਭਾਈ ਅਸੀਂ ਢੋਣਾ ਵਜ਼ੀਰ ਖਾਨ ਨੂੰ। ਤੇ ਸਾਡੀ ਤਾਂ ਗੁਰੂ ਨੇ ਉਹ ਭਰੀ ਹੋਈ ਹੈ, ਉਹਦੀ ਪੰਜਾਬ ਦੀ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਉਹ ਹਮੇਸ਼ਾ ਹੀ ਉਹਨਾਂ ਦੀ ਸਪਿਨ ਤਿਆਰ ਹੈ। ਮੈਂ ਸਮਝਦਾ ਵੀ ਇਹ ਸਾਡੇ ਲਈ ਮੌਕਾ ਹੈ। ਮੈਂ ਔਰ ਲੀਡਰਸ਼ਿਪ ਦੇ ਐਂਗਲ ਤੋਂ ਮੈਂ ਸਮਝਦਾ ਵੀ ਇੰਡੀਵਿਜੂਅਲ ਦਾ ਕਨਸੈਪਟ ਠੀਕ ਨਹੀਂ ਹੈ, ਇਹ ਗੁਰਮਤ ਦੇ ਮੁਤਾਬਕ ਵੀ ਨਹੀਂ ਹੈ। ਸਾਡੀ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਹੈ। ਪੰਥਕ ਕਮੇਟੀ ਕਿੰਨੀ ਕਾਮਯਾਬ ਰਹੀ, ਨਹੀਂ ਰਹੀ, ਡਿਫਰੈਂਟ ਬਣ ਗਈਆਂ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਇੱਕ ਸਟੇਜ ਤੇ 4 ਜੁਝਾਰੂ ਜਥੇਬੰਦੀਆਂ ਦੀ ਅੰਬ੍ਰੇਲਾ ਆਰਗੇਨਾਈਜੇਸ਼ਨ ਦੇ ਤੌਰ ਤੇ ਪੰਜਾਬ 'ਚ ਸਿੱਖਾਂ ਦੀ ਗੱਲ, ਖਾਲਸੇ ਦੀ ਗੱਲ ਜਿਹੜੀ ਆ ਉਹ ਰੂਲ ਆਫ ਦਾ ਲੈਂਡ ਸੀ। ਇਸੇ ਤਰ੍ਹਾਂ ਮੈਂ ਸਮਝਦਾ ਵੀ ਵਰਲਡ ਸਿੱਖ ਪਾਰਲੀਮੈਂਟ, ਜਿਹਨੂੰ ਸਾਊਂਡ ਫੁਟਿੰਗ ਤੇ ਕਰਨ ਦੇ ਲਈ ਸਾਨੂੰ ਵੱਡਾ ਦਿਲ ਵੀ ਰੱਖਣਾ ਪਏਗਾ, ਵਿਰੋਧ ਨੂੰ ਵੀ। ਇੱਕ ਜਿਹੜਾ ਸਾਡਾ, ਜੇ ਤੁਸੀਂ ਮੈਨੂੰ ਫਲਿਪ ਸਾਈਡ ਪੁੱਛੋ ਸਾਡੀਆਂ ਪਰਸਨੈਲਿਟੀਜ਼ ਦੀ, ਤਾਂ ਇੱਕ ਇਹ ਜ਼ਰੂਰ ਹੈ ਕਿ ਵੀ ਬਹੁਤ ਵਾਰ ਜਿਹੜਾ ਸਾਡਾ ਕਿਸੇ ਮੁੱਦੇ ਦੇ ਉੱਤੇ ਵਿਰੋਧ ਹੈ, ਉਹਨੂੰ ਅਸੀਂ ਪਰਸਨਲ ਆਪੋਜੀਸ਼ਨ ਲੈਂਦੇ ਹਾਂ। ਇਵੇਂ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਵੀ ਗੁਰੂ ਸਾਹਿਬ ਨੇ ਵਿਚਾਰ ਨੂੰ ਜਿਹੜੀ ਹੈ ਉਹ ਬਰਾਬਰ ਦੀ ਥਾਂ ਦਿੱਤੀ ਹੈ। ਸੰਗਤ ਦਾ ਕਨਸੈਪਟ, ਸਾਡਾ ਗੁਰਮਤੇ ਦਾ ਕਨਸੈਪਟ, ਸਾਡਾ ਸਰਬੱਤ ਖਾਲਸਾ ਦਾ ਕਨਸੈਪਟ, ਇਹ ਕੰਸੈਂਸਸ ਦੇ ਨਾਲ ਫੈਸਲੇ ਦੀ ਜਿਹੜੀ ਹੈ ਇਹ ਪਿਰਤ ਸੀ, ਜਿਹਨੂੰ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤਾ। ਇਹਨੂੰ ਅਸੀਂ ਅੱਗੇ ਨਹੀਂ ਤੋਰ ਸਕੇ। ਇਹਦੇ ਤੇ ਅਸੀਂ ਇਹੀ ਗੱਲ ਕਿ ਭਾਈ ਹੋਏ 71 ਮਿਲੋ ਮੇਰੇ ਭਾਈ, ਜਿਹੜੀ ਸਾਨੂੰ ਸਪਿਰਿਚੁਅਲ ਗਾਈਡਲਾਈਨ ਹੈ, ਔਰ ਪੋਲੀਟੀਕਲੀ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਸਾਡੇ ਕੋਲ ਉਹ ਗਾਈਡਲਾਈਨ ਹੈ ਕਿ ਭਾਈ ਅਸੀਂ, ਜਿਵੇਂ ਉਹ ਅਮਰੀਕਨਾਂ ਨੇ ਇੱਕ ਬੜਾ ਖੂਬਸੂਰਤ ਸਲੋਗਨ ਹੈ ਇਹਨਾਂ ਦਾ ਕਿ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੈ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਸਾਡਾ ਹੱਥ ਤੰਗ ਹੈ ਜ਼ਰਾ, ਅਸੀਂ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਦੇ। ਇਹਨੂੰ ਜਿਹੜਾ ਸੱਚਮੁੱਚ ਬਰਦਾਸ਼ਤ ਕਰਨ ਦੀ ਗੱਲ ਵੀ ਲਿਆਈਏ, ਔਰ ਇਹ ਮੰਨੀਏ ਕਿ ਅਲਟੀਮੇਟਲੀ ਸਾਡੀ ਹੋਣੀ ਇੱਕ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਦੇ, ਔਰ ਕੌਮੀ ਘਰ ਬਣਾਉਣ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਪੁੱਤਰ ਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਸਾਡਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ।
ਅਸੀਂ ਸ਼ਹੀਦਾਂ ਦੇ ਡੁੱਲੇ ਖੂਨ, ਔਰ ਸੰਤ ਪਿੰਡਰਾਂ ਵਾਲਿਆਂ ਦੇ ਲਫ਼ਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਖੂਨ ਦਾ ਹੱਕ ਜਿਹੜਾ ਉਹ ਪੋਲੀਟੀਕਲ ਪਾਵਰ ਨਾਲ। ਔਰ ਮੈਂ ਵਕਤ ਬੇਸ਼ੱਕ ਹੋ ਗਿਆ, ਇੱਕ ਕਮੈਂਟ ਇਹਦੇ 'ਚ ਮੈਂ ਹੋਰ ਆਪਣਾ ਸ਼ਾਮਲ ਕਰਨਾ ਚਾਹਾਂਗਾ ਕਿ ਅੱਜ ਸਾਡੀ એનર્ਜੀ ਕਾਫੀ ਹੱਦ ਤੱਕ ਜਿਹਦੇ 'ਚ ਦੁਸ਼ਮਣ ਵੀ ਇਨਵੋਲਵ ਹੈ, ਕਈ ਵਾਰ ਸਾਡੀਆਂ ਆਪਣੀਆਂ ਕਨਵਿਕਸ਼ਨਸ ਵੀ ਇਨਵੋਲਵ ਨੇ। ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਉਹ ਮਰਿਆਦਾ ਨਾਲ ਸੰਬੰਧਿਤ ਹੋਣ, ਉਹ ਕਿਸੇ ਹੋਰ ਚੀਜ਼ ਨਾਲ ਹੋਣ, ਕਿਨੇ ਕਿਹਨੂੰ ਕੀ ਕਿਹਾ। ਸਾਡਾ ਸੋਸ਼ਲ ਮੀਡੀਆ ਜਿਹੜਾ ਕਿ ਸਾਡੇ ਲਈ ਕਾਫੀ ਜਾਣਕਾਰੀ ਭਰਪੂਰ ਵੀ ਹੈ, ਪੰਜਾਬ 'ਚ ਜਿਹੜੇ ਬਹੁਤ ਸਾਰੇ ਨੌਜਵਾਨ ਖਲੋਤੇ ਨੇ ਸੋਸ਼ਲ, ਪਰ ਇਹ ਡਬਲ ਐਜਡ ਸੌਰਡ ਵੀ ਹੈ। ਸਾਨੂੰ ਨਹੀਂ ਪਤਾ ਕਿ ਜਾਲੀ ਆਈਡੀਜ਼ ਦੇ ਥੱਲੇ ਕਿੰਨੇ ਕਿੰਨੇ ਜਿਹੜੇ ਨੇ ਉਹਨਾਂ ਦੇ ਟਰੋਲਰ ਬਿਠਾਏ ਹੋਏ ਨੇ ਹਿੰਦੂ ਤਵੀਆਂ ਦੇ, ਕੀ ਕੀ ਚੱਲਦਾ ਹੈ। ਸਾਡੀ ਬਹੁਤ ਸਾਰੀ એનર્ਜੀ ਐਕਸ਼ਨ ਰਿਐਕਸ਼ਨ ਸੋਸ਼ਲ ਮੀਡੀਆ ਤੇ ਲੱਗ ਜਾਂਦੀ ਹੈ। ਸੋ ਮੈਂ ਸਮਝਦਾ ਵੀ ਘੱਟ ਤੋਂ ਘੱਟ ਟਾਈਮ ਉਹਦੇ ਤੇ ਵੇਸਟ ਕਰੀਏ, ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕ੍ਰੀਏਟਿਵ ਕੰਮ ਕਰੀਏ। ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਕਰਨਾ ਜੋ ਕਰ ਰਹੇ ਨੇ, ਅਸੀਂ ਆਪਣਾ ਫੋਕਸ ਲੂਜ਼ ਨਾ ਕਰੀਏ। ਇਹ ਜਿਹੜੇ ਬਹੁਤ ਸਾਰੇ ਮੁੱਦੇ ਨੇ ਜਿਹਦੇ 'ਚ ਹਰ ਮਜ਼ਹਬ 'ਚ ਹੁੰਦੇ ਨੇ, ਬਹੁਤ ਵਾਰ ਰਿਲੀਜੀਅਸ ਇਸ਼ੂਜ਼ ਦੇ ਉੱਤੇ ਕ੍ਰਿਸਚੀਅਨਿਟੀ, ਇਸਲਾਮ, ਜੂਡਾਇਜ਼ਮ ਉਹ ਵੀ ਡਿਬੇਟ ਕਰਦੇ ਨੇ, ਪਰ ਉਹ ਇਸ ਲਈ ਸਿਕਿਉਰਲੀ ਕਰਦੇ ਨੇ ਕਿ ਉਹਨਾਂ ਦੇ ਆਪਣੇ ਮੁਲਕ ਨੇ, ਉਹਨਾਂ ਦੇ ਕੋਲ ਆਪਣੇ ਥਾਵਾਂ ਨੇ। ਜਦੋਂ ਕੌਮਾਂ ਡੂ ਔਰ ਡਾਈ ਦੀ ਲੜਾਈ 'ਚ ਹੁੰਦੀਆਂ, ਉਦੋਂ ਤੁਸੀਂ ਗਿੱਲਾ ਪੀਣ ਜਿਹੜਾ ਉਹ ਨਹੀਂ ਪਾ ਕੇ ਬਹਿੰਦੇ। ਤੁਹਾਨੂੰ ਹੁੰਦਾ ਹੈ ਕਿ ਭਾਈ ਇਸ ਵੇਲੇ ਤਾਂ ਇਹ ਹੈ ਕਿ ਭਾਈ ਜੇ ਅਸੀਂ ਨਾ ਫਰੀडम ਲੈ ਸਕੇ ਉਸ ਖਿੱਤੇ ਤੇ ਸਾਡਾ ਹਸ਼ਰ ਬੁੱਧ ਧਰਮ ਵਾਲਾ ਹੋ ਸਕਦਾ ਹੈ। ਤੇ ਉਦੋਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੈਕ ਬਰਨਰ ਤੇ ਚਲੀਆਂ ਜਾਣੀਆਂ ਚਾਹੀਦੀਆਂ। ਇੱਕੋ ਹੀ ਸਾਡਾ ਜਿਹੜਾ ਮੁੱਦਾ ਹੋਣਾ ਚਾਹੀਦਾ ਹੈ ਕਿ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਪੋਲੀਟੀਕਲ ਪਾਵਰ ਗ੍ਰੈਬ ਕਰਾਂਗੇ ਤੇ ਜਾਂ ਉਹਦੇ ਲਈ ਅਸੀਂ ਲੜਦੇ ਮਰ ਜਾਵਾਂਗੇ, ਗਿਵ ਅਪ ਨਹੀਂ ਕਰਾਂਗੇ। ਇਹੀ ਖਾਲਸੇ ਦੀ ਸਪਿਰਿਟ 18ਵੀਂ ਸਦੀ 'ਚ ਸੀ, ਜਿਹਨੇ ਸਾਨੂੰ ਫਰੀडम ਦਾ ਜਿਹੜੀ ਹੈ ਉਹ ਸਵਾਦ ਦਿੱਤਾ। ਔਰ ਇਹੀ ਸਪਿਰਿਟ ਜਿਹੜੀ ਅੱਜ ਸਾਨੂੰ ਰੱਖਣ ਦੀ ਲੋੜ ਹੈ। ਇਹ ਢਹਿੰਦੀ ਕਲਾ, ਇਫ ਐਂਡ ਬਟ, ਅਗਰ ਮਗਰ, ਇਹ ਭਗੌੜਿਆਂ ਦੇ ਹੁੰਦੇ ਨੇ। ਸਾਡੀ ਡਿਕਸ਼ਨਰੀ 'ਚ ਕੋਈ ਢਹਿੰਦੀ ਕਲਾ ਨਹੀਂ ਹੈ, ਕੋਈ ਦਿਲਗੀਰੀ ਨਹੀਂ ਹੈ, ਚੜ੍ਹਦੀ ਕਲਾ ਹੈ। ਤੇ ਬਾਕੀ ਜੇ ਜਿੱਤ ਗਏ ਤੇ ਗੁਰੂ ਦੀ ਗੋਦ, ਜੇ ਜਿੱਤ ਗਏ ਔਰ ਗੁਰੂ ਦੀ ਗੋਦ ਵੀ ਹੈ, ਪੋਲੀਟੀਕਲ ਪਾਵਰ ਵੀ ਹੈ ਕਿ ਜੇ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ, ਜਾਂ ਇੱਥੋਂ ਦੀ ਪਾਤਸ਼ਾਹੀ ਹੈ ਜਾਂ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਸੋ ਮੈਂ ਸਮਝਦਾ ਵੀ ਇਹੀ ਸਾਡੀ ਸਪਿਰਿਟ ਹੋਣੀ ਚਾਹੀਦੀ। ਬਿਲਕੁਲ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਬੜਾ ਵਧੀਆ ਰੈਪ ਅਪ ਕੀਤਾ ਕਿ ਕਈ ਜਿਹੜੇ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਸੀਂ ਆਪਣੇ ਆਪ ਹੀ ਉਹਦੇ ਜਵਾਬ ਦੇ ਦਿੱਤੇ, ਭਾਵੇਂ ਉਹ ਸੋਸ਼ਲ ਮੀਡੀਆ ਨਾਲ ਸੰਬੰਧਿਤ ਹੋਣ ਜਾਂ ਸਾਡੇ ਅੱਜ ਦੇ ਕਰੰਟ ਜਿਹੜੇ ਜੁਝਾਰੂ ਹੈ, ਸਾਡੀ ਜਿਹੜੀ ਅੱਜ ਦੀ ਕਰੰਟ ਲੜਾਈ ਹੈ ਉਹਦੇ ਸੰਦਰਭ ਦੇ ਵਿੱਚ ਹੋਣ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ। ਮੈਂ ਇਹੀ ਤੁਹਾਡੇ ਦੇ ਅੱਜ ਦੇ ਪ੍ਰੋਗਰਾਮ 'ਚੋਂ ਕਹਾਂਗਾ ਕਿ ਇੱਕ ਤਾਂ ਜਿਹੜਾ ਸਾਡਾ ਸੰਦਰਭ ਅਸੀਂ ਕਿਹਾ ਕਿ ਜਿਹੜੇ ਸਾਡੀ ਲੜਾਈ ਹੈ, ਅਸੀਂ ਨਮੋਸ਼ ਹੋ ਜਾਂਦੇ ਹਾਂ, ਬਾਰ-ਬਾਰ ਨਮੋਸ਼ ਹੋ ਜਾਂਦੇ ਹਾਂ। ਅੱਜ ਵੀ ਜਿਵੇਂ ਸਾਡੇ ਦੇ ਉੱਤੇ ਇੱਕ ਮੋਦੀ ਦੀ ਸਟੇਟਮੈਂਟ ਤੋਂ ਬਾਅਦ ਅਸੀਂ ਬੜੀ ਨਮੋਸ਼ੀ ਜੀ ਕਈਆਂ ਦੇ ਵਿੱਚ ਛਾ ਜਾਂਦੀ ਹੈ, ਬਟ ਉਹਦਾ ਮੇਨ ਮੈਨੂੰ ਲੱਗਦਾ ਬੀਜ ਉਹੀ ਹੈ ਜੋ ਤੁਸੀਂ ਬਿਲਕੁਲ ਸਟਾਰਟਿੰਗ 'ਚ ਕਿਹਾ ਸੀਗਾ ਕਿ ਅਸੀਂ ਪੜ੍ਹਨਾ ਬੜਾ ਛੱਡ ਦਿੱਤਾ, ਅਸੀਂ ਆਪਣੇ ਰਿਸੋਰਸਿਸ ਨੂੰ ਪੜ੍ਹਨਾ ਛੱਡ ਦਿੱਤਾ, ਅਸੀਂ ਆਪਣੀ ਧਰਮ ਦੇ ਬਾਰੇ ਜਾਣਕਾਰੀ ਲੈਣੀ ਛੱਡ ਦਿੱਤੀ ਹੈ। ਜੇ ਅਸੀਂ ਆਪਣੇ ਰਿਸੋਰਸਿਸ ਨੂੰ ਪੜ੍ਹਾਂਗੇ, ਸਾਡੇ ਕਨਫਿਊਜ਼ਨ ਜਿਹੜੇ ਨੇ ਦੂਰ ਹੋ ਜਾਣਗੇ। ਨਾਲੇ ਅਸੀਂ ਮਾਈਨੋਰਿਟੀ ਦੇ ਵਿੱਚ ਹੀ ਰਾਜ ਕੀਤਾ ਆ, ਮੈਜੋਰਿਟੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਾਈਨੋਰਿਟੀ ਸਾਬਤ ਕਰਨ ਦੇ ਵਿੱਚ ਤੁਲੇ ਰਹਿੰਦੇ ਹਾਂ। ਇਸ ਕਰਕੇ ਵਿਕਟਮ ਨਾ ਪਲੇ ਕਰਕੇ ਅਸੀਂ ਆਪਣੀ ਪਾਤਸ਼ਾਹੀ ਵਾਲਾ ਜਿਹੜਾ ਰੂਪ ਆ ਅਸੀਂ ਉਹਨੂੰ ਲੈ ਕੇ ਚੱਲੀਏ। ਸਾਡਾ ਪ੍ਰੈਜੈਂਟੇਸ਼ਨ ਸਾਡੀ ਉੱਦਾਂ ਦੀ ਹੋਣੀ ਚਾਹੀਦੀ ਹੈ। ਚੜ੍ਹਦੀ ਕਲਾ ਦਾ ਸੰਦਰਭ ਤਾਂ ਹੀ ਸਿੱਖਾਂ ਨੇ ਦਿੱਤਾ ਆ। ਉਹ ਮੈਨੂੰ ਯਾਦ ਆਉਂਦਾ ਕਿ ਜਦੋਂ 18ਵੀਂ ਸਦੀ ਵਿੱਚ ਸਿੰਘਾਂ ਦੀ ਜਿਹੜੀ ਬੋਲੀ ਵੀ ਉਹਨਾਂ ਨੇ ਇੱਦਾਂ ਦੀ ਧਾਰ ਲਈ ਸੀਗੀ ਕਿ ਜਦੋਂ ਪ੍ਰਸ਼ਾਦਾ ਮੁੱਕ ਜਾਂਦਾ ਸੀਗਾ ਜਾਂ ਹੁੰਦਾ ਸੀ, ਕਹਿੰਦੇ ਲੰਗਰ ਮਸਤਾਨੇ ਹੋ ਗਏ ਨੇ। ਉਹਨਾਂ ਦੀ ਸ਼ਬਦਾਵਲੀ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਆਪਣੀ ਰੱਖੀ ਸੀਗੀ ਤਾਂ ਕਿ ਉਹ ਸਪਿਰਿਟ ਉਹਨਾਂ ਦੇ ਵਿੱਚ ਰਵੇ, ਉਹਨਾਂ ਨੂੰ ਨਮੋਸ਼ੀ ਵੱਲ ਨਾ ਜਾਵੇ। ਕਿਉਂਕਿ ਸਾਡੇ ਸ਼ਬਦ ਹੀ ਨੇ ਜਿਹੜੇ ਅਸੀਂ ਆਪਣੀ ਡੇਲੀ ਲਾਈਫ 'ਚ ਵਰਤਦੇ ਹਾਂ, ਉਹ ਸਾਨੂੰ ਨਮੋਸ਼ੀ ਵੱਲ ਲੈ ਜਾਂਦੇ ਨੇ। ਸਾਡੀ ਜਿਹੜੀ ਸਪਿਰਿਟ ਹੈ ਉਹਦੀ ਗੱਲ ਕਰਦੀ ਹੈ ਸਿੱਖੀ ਜਿਹੜੀ ਹੈ, ਗੁਰਬਾਣੀ ਵੀ ਜਿਹੜੀ ਉਹ ਸਾਡੀ ਸਪਿਰਿਟ ਨੂੰ ਜਿਹੜੀ ਚੱਕਦੀ ਹੈ, ਤਾਂ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਤੁਹਾਡਾ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੈ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਹੁਣ ਮੈਂ ਸਪੈਸੀਫਿਕਲੀ ਇੱਕ ਚਾਹੂੰਗਾ, ਸਿਰਫ 1 ਮਿੰਟ ਦੇ ਵਿੱਚ ਤੁਸੀਂ ਆਸਟ੍ਰੇਲੀਆ ਦੀ ਸੰਗਤ, ਕਿਉਂਕਿ ਸਾਡੇ ਜ਼ਿਆਦਾਤਰ ਜਿਹੜੇ ਵਿਊਅਰਸ ਨੇ ਉਹ ਸਾਡੇ ਆਸਟ੍ਰੇਲੀਆ ਦੇ ਲੋਕਲ ਹੁੰਦੇ ਨੇ, ਤੁਸੀਂ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਸਾਡੀ ਕਮਿਊਨਿਟੀ ਕੰਪੇਅਰ ਟੂ ਨਾਰਥ ਅਮਰੀਕਾ, ਕੈਨੇਡਾ ਜਾਂ ਫਿਰ UK ਦੇ ਬਹੁਤ ਛੋਟੀ ਹੈ,
ਤਾਂ ਤੁਸੀਂ ਉਹਨਾਂ ਦੇ ਲਈ ਸਪੈਸੀਫਿਕਲੀ 1 ਮਿੰਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ? ਉਸ ਤੋਂ ਬਾਅਦ ਆਪਾਂ ਸਾਰਾ ਤੋਂ ਫਤਿਹ ਬੁਲਾਉਂਦੇ ਜੀ। ਦੇਖੋ, ਆਸਟ੍ਰੇਲੀਆ ਬੜੀ ਹੋਪ ਵਾਲਾ ਮੁਲਕ ਹੈ। ਕਦੇ ਤਾਂ ਅੰਗਰੇਜ਼ਾਂ ਨੇ ਆਪਣੇ ਕ੍ਰਿਮੀਨਲ ਲਿਆ ਕੇ ਉੱਥੇ ਛੱਡੇ ਸੀ ਕਿ ਭਾਈ ਇਹਨਾਂ ਨੂੰ ਦੂਰ ਸਮੁੰਦਰ ਦੇ ਆਲੇ ਦੁਆਲੇ ਕਿਤੇ ਨਿਕਲਣ ਨਾ, ਲੇਕਿਨ ਅੱਜ ਸਾਡੇ ਪੰਜਾਬ ਦੇ ਵੀ ਬਹੁਤ ਸਾਰੇ ਯੰਗ ਸਟੂਡੈਂਟਸ ਦੇ ਲਈ ਵੀ ਜਿਹੜੀ ਹੈ ਉਹ ਡੈਸਟੀਨੇਸ਼ਨ ਹੈ ਔਰ ਵੱਡੀ ਗਿਣਤੀ 'ਚ। ਔਰ ਆਸਟ੍ਰੇਲੀਆ ਦੇ ਨਾਲ, ਜੇ ਮੈਂ ਗਲਤ ਨਾ ਹੋਵਾਂ, ਕਿ 19th ਸੈਂਚੁਰੀ ਐਂਡ ਤੋਂ ਹੀ ਜਿਹੜਾ ਸਿੱਖਾਂ ਦੀ ਸਾਂਝ ਬਣਦੀ ਹੈ। ਅੱਜ ਤੁਹਾਡੇ ਕੋਲ ਉੱਥੇ ਨੈਟਵਰਕਸ ਨੇ, ਔਰ ਮੈਂ ਬਹੁਤ ਵਾਰ ਜਿਹੜੇ ਉੱਥੋਂ ਵੀਰ ਭੈਣਾਂ ਸਾਡੇ TV 84 ਦੇ ਸੱਚੋ ਸੱਚ ਪ੍ਰੋਗਰਾਮ ਰਾਹੀਂ ਵੀ ਮੈਨੂੰ ਲਿਖਤਾਂ ਮਿਲਦੀਆਂ ਨੇ, ਔਰ ਤੁਹਾਡੇ ਵਰਗੇ ਵੀਰ ਇੱਥੇ ਮਿਲੇ ਵੀ ਨੇ। ਮੈਂ ਇਹੀ ਸਮਝਦਾ ਵੀ ਇਸ ਵੇਲੇ ਇੱਕ ਜਿਹੜੀ ਜ਼ਰੂਰੀ ਕਿਸੇ ਵੀ ਖਿੱਤੇ ਦੇ ਵਿੱਚ ਹੈ, ਉਹਦੇ 'ਚ ਜਿੱਥੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਡਾਕਟਰਸ, ਇੰਜੀਨੀਅਰਸ ਇਸ ਪਾਸੇ ਵੱਲ ਜ਼ਿਆਦਾ ਤੋਰਦੇ ਹਾਂ। ਮੈਂ ਸਮਝਦਾ ਹਾਂ ਵੀ ਪੋਲੀਟੀਕਲ ਸਾਇੰਸ, ਜਰਨਲਿਜ਼ਮ, ਆਰਟ, ਇਹਨਾਂ ਦੇ ਵਿੱਚ ਵੀ ਆਪਣੇ ਬੱਚੇ ਬੱਚੀਆਂ ਨੂੰ ਐਨਕਰੇਜ ਕਰੀਏ। ਔਰ ਪੋਲੀਟੀਕਲ ਸਿਸਟਮ ਜਿਸ ਦੇ ਵਿੱਚ ਬੇਸ਼ੱਕ ਜਿਵੇਂ ਤੁਹਾਡੇ ਯੂਨਾਈਟਿਡ ਸਿੱਖਸ ਵੱਲੋਂ ਮੈਂ ਅਵੇਅਰ ਹੈ, ਹਿਊਮੈਨੀਟੇਰੀਅਨ ਕੰਮ ਵੀ ਉੱਥੇ ਹੁੰਦੇ ਨੇ, ਕਾਫੀ ਇਹਨਾਂ ਦੀ ਪਾਵਰਫੁਲ ਯੂਨਿਟ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਤੁਸੀਂ ਐਕਟੀਵਿਟੀ ਕਰਦੇ ਹੋ। ਹੋਰ ਵੀ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਮੈਲਬਰਨ ਔਰ ਦੂਸਰੀਆਂ ਥਾਵਾਂ ਦੇ ਉੱਤੇ ਸਾਡੇ ਯੰਗਸਟਰਸ ਐਕਟਿਵ ਨੇ। ਰੇਡੀਓ ਪ੍ਰੋਗਰਾਮ ਵੀ ਤੁਹਾਡੇ ਉਹਨਾਂ ਤੇ ਮੈਂ ਰਿਹਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਤਾਂ ਤੁਹਾਡਾ ਬਹੁਤ, ਕਿਉਂਕਿ ਵਾਸਟ ਕੰਟਰੀ ਹੈ, ਕੈਨੇਡਾ ਜਾਂ ਦੂਜੇ 'ਚ, ਕੈਨੇਡਾ 'ਚ ਤਾਂ 4 ਸ਼ਹਿਰਾਂ 'ਚ, ਅਮਰੀਕਾ 'ਚ ਵੀ ਸਾਨੂੰ ਕੈਨੇਡਾ ਦੇ ਰਿਲੇਟਿਵਲੀ ਇਹ ਪ੍ਰੋਬਲਮ ਹੈ, ਕਿਉਂਕਿ ਅਸੀਂ 3000 ਮੀਲ 'ਚ ਫੈਲੇ ਹੋਏ ਹਾਂ। ਹਾਲਾਂ ਸਿੱਖ ਹੁੰਨੇ ਕਿ ਨੇ ਅਮਰੀਕਾ 'ਚ ਨੇ, ਕੈਨੇਡਾ 'ਚ ਨੇ। ਅਸੀਂ ਇੱਥੇ ਕੋਈ ਪੋਲੀਟੀਕਲ ਆਪਣੇ ਡਾਇਰੈਕਟ ਰਿਪਰੈਜ਼ੈਂਟੇਟਿਵ ਨਹੀਂ ਭੇਜ ਸਕਦੇ। ਤੁਹਾਡੀ ਵੀ ਉੱਥੇ ਇਹ ਪ੍ਰੋਬਲਮ ਹੈ। ਪਰ ਮੈਂ ਸਮਝਦਾ ਹਾਂ ਵੀ ਲੋਕਲ ਲੈਵਲ ਦੇ ਉੱਤੇ ਦੇਖੋ, ਆਲ ਪੋਲਿਟਿਕਸ ਇਜ਼ ਲੋਕਲ। ਇੱਕ ਗੱਲ ਸਮਝਣ ਦੀ ਲੋੜ ਹੈ, ਭਾਰਤ ਦੇ ਹਾਕਮਾਂ ਨੇ ਮਿਸ ਇਨਫੋਰਮੇਸ਼ਨ ਕੈਂਪੇਨ ਰਾਹੀਂ ਪਹਿਲਾਂ ਤਾਂ ਇੰਡੀਆ ਨੂੰ ਲੈਂਡ ਆਫ ਯੋਗਾ, ਲੈਂਡ ਆਫ ਗੈਂਧੀ, ਮਿਸਟਿਸਿਜ਼ਮ, ਪੀਸ, ਇਹ ਜਿਹੜਾ ਇਮੇਜ ਹੈ ਇਹਨਾਂ ਦਾ, ਇਹ ਤੋੜਨਾ ਉਦੋਂ ਹੀ ਸੰਭਵ ਹੋਏਗਾ ਜਦੋਂ ਤੁਸੀਂ ਲੋਕਲ ਲੈਵਲ ਤੇ, ਸਿਟੀ ਲੈਵਲ ਤੇ, ਕੌਂਸਲ ਲੈਵਲ ਤੇ ਵੀ ਸ਼ਮੂਲੀਅਤ ਕਰੋ, ਬਰੀਫਿੰਗਸ ਕਰੋ। ਹਾਲਾਂ ਗੁਰਦੁਆਰਿਆਂ 'ਚ ਬਹੁਤ ਸਾਰੀ ਥਾਵਾਂ ਤੇ ਤੁਹਾਡੇ ਜਿਹੜਾ ਹਰ ਥਾਂ ਤੇ ਸਿੱਖ ਸੱਦੇ ਨੇ, ਪਰ ਉਹ 2-4 ਮਿੰਟ ਦਾ ਫੋਟੋ ਸੈਸ਼ਨ ਹੁੰਦਾ ਹੈ, ਕੋਈ ਫੋਲੋ ਅਪ ਨਹੀਂ ਹੁੰਦਾ, ਕੋਈ ਅਸੀਂ ਰੈਲੇਵੈਂਟ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਇਹ ਕੰਮ ਸ਼ਾਇਦ ਸਾਡੀ ਜਨਰੇਸ਼ਨ ਦੇ ਬਹੁਤਾ ਉਹਨਾਂ ਦੀ ਸ਼ਾਇਦ ਕੈਪੇਬਿਲਿਟੀ ਵੀ ਇਸ ਕਿਸਮ ਦੀ ਨਾ, ਲੇਕਿਨ ਸਾਡੇ ਬੱਚੇ ਬੱਚੀਆਂ ਤਾਂ ਉਹਨਾਂ ਨੂੰ ਕੋਈ ਲੈਂਗੁਏਜ ਦਾ ਕੰਪਲੈਕਸ ਨਹੀਂ ਹੈ, ਕੋਈ ਅਦਰ ਵੇ। ਸੋ ਉਹਨਾਂ ਨੂੰ ਐਕਟਿਵ ਕਰੀਏ। ਬੇਸ਼ੱਕ ਉਹਨਾਂ ਦੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਾਂ ਲੈਜਿਸਲੇਚਰ ਨੇ, ਉਹਨਾਂ 'ਚ ਇੰਟਰਨਸ਼ਿਪ 'ਚ ਬੱਚਿਆਂ ਨੂੰ ਭੇਜੋ, ਤਾਂ ਕਿ ਅਲਟੀਮੇਟਲੀ ਦੇਖੋ ਪ੍ਰੋਟੈਸਟ ਬੜੇ ਇੰਪੋਰਟੈਂਟ ਨੇ। ਉਹ ਸ਼ੋਅ ਕਰਦੇ ਨੇ ਕਿ ਭਾਈ ਅਸੀਂ ਖੜੇ ਆ, ਇੱਕ ਬਾਹ ਵੀ ਉੱਠੇ ਜਿਹੜੀ ਕਿ ਅਸੀਂ ਤੁਹਾਡੇ ਨਹੀਂ ਮੰਨਦੇ ਜ਼ੁਲਮ ਨੂੰ। ਲੇਕਿਨ ਅਲਟੀਮੇਟਲੀ ਚੇਂਜ ਵਿਦ ਇਨ ਦਾ ਸਿਸਟਮ ਹੁੰਦੀ ਹੈ, ਔਰ ਵਿਦ ਇਨ ਦਾ ਸਿਸਟਮ ਉਦੋਂ ਹੀ ਹੋਏਗੀ ਜਦੋਂ ਲਾਅ ਮੇਕਰ, ਡਿਸੀਜਨ ਮੇਕਰ, ਓਪੀਨੀਅਨ ਮੇਕਰ, ਉਹਨਾਂ ਨੂੰ ਅਸੀਂ ਇਨਫਲੂਐਂਸ ਕਰਾਂਗੇ। ਪਹਿਲਾਂ ਹਿੰਦੂਤਵਾ ਨੂੰ ਦੱਸਣਾ ਹੁਣ ਤਾਂ ਸੌਖਾ ਹੋ ਗਿਆ ਕੰਮ, ਸਗੋਂ ਸੈਕੂਲਰਿਜ਼ਮ ਦੇ ਝੰਡੇ ਥੱਲੇ ਇੰਡੀਆ ਨੂੰ ਭੰਨਣਾ ਔਖਾ ਹੁੰਦਾ ਸੀ। ਕਹਿੰਦੇ ਸੀ ਦੇਖੋ ਸੈਕੂਲਰ ਕੰਟਰੀ ਹੈ ਫਲਾਣਾ। ਹੁਣ ਤਾਂ ਕੰਮ ਸੌਖਾ ਕਰਤਾ। ਤੁਸੀਂ RSS ਦੀਆਂ ਸਟੇਟਮੈਂਟਸ, ਇਹਨਾਂ ਦਾ ਜਿਹੜਾ ਚਾਰਟਰ ਹੈ ਉਹ ਲਿਜਾ ਕੇ ਦੱਸ ਕੇ ਕਰ ਦਿਓ ਜੀ ਕਿ ਭਾਈ ਕਿਉਂਕਿ ਇਹ ਜਿਹੜੇ ਨੇ ਉਹਨਾਂ ਨੇ ਹਿੰਦੂ ਰਾਸ਼ਟਰ ਦੇ ਥੱਲੇ ਅਸੀਂ ਰਹਿ ਹੀ ਨਹੀਂ ਸਕਦੇ, ਇਸ ਲਈ ਅਸੀਂ ਸਿੱਖ ਰਾਸ਼ਟਰ ਜਿਹੜਾ ਜਾਂ ਆਪਣੀ ਆਜ਼ਾਦੀ ਚਾਹੁੰਦੇ ਹਾਂ। ਇਹ ਸਾਡਾ, ਮੈਂ ਸਮਝਦਾ ਵੀ ਇਹਨਾਂ ਨੇ ਸਾਡਾ ਕੇਸ ਬਹੁਤ ਸੌਖਾ ਕਰ ਦਿੱਤਾ ਹੈ, ਪਰ ਇਨਵੋਲਵਮੈਂਟ ਦੀ ਲੋੜ ਹੈ। ਔਰ ਬਾਕੀ ਮੈਂ ਸਮਝਦਾ ਵੀ ਸਾਡੇ ਵੀਰ ਭੈਣਾਂ ਜਿੱਥੇ ਜਿੱਥੇ ਵੀ ਲੱਗੇ ਹੋਏ ਨੇ, ਤੁਸੀਂ ਚੰਗਾ ਕੰਮ ਕਰ ਰਹੇ ਹੋ। ਮੇਰਾ ਖਿਆਲ ਹੈ ਕਿ ਵੀ ਐਗਰੀ ਟੂ ਡਿਸਐਗਰੀ ਦੀ ਲਾਈਨ ਨੂੰ ਰੱਖੀਏ। ਆਪਕਾ ਵਿਰੋਧ, ਆਪਣੀ એનર્ਜੀ ਇੱਕ ਦੂਸਰੇ ਨੂੰ ਕੱਟਣ ਤੇ ਨਾ ਲਾਈਏ। ਅਲਟੀਮੇਟਲੀ ਸਾਡੀ ਗਲੋਰੀ ਸਾਡੇ ਸਿਰ ਤੇ 10ਵੇਂ ਪਾਤਸ਼ਾਹ ਦੀ ਬਖਸ਼ੀ ਦਸਤਾਰ ਹੈ, ਤਾਜ ਹੈ ਸਾਡਾ। ਔਰ ਤਾਜਾਂ ਦਾ ਤਾਂ ਇਹ ਹੁੰਦਾ ਹੈ ਕਿ ਕਦੇ ਤਾਜ ਕਿਸੇ ਕੋਲ ਆਉਂਦਾ ਹੈ, ਕੋਈ ਖੁਸ਼ ਜਾਂਦਾ ਹੈ। ਇਹ ਸਾਡਾ ਤਾਜ ਇਸ ਕਿਸਮ ਦਾ ਹੈ ਕਿ ਇਹ ਲੱਥ ਹੀ ਨਹੀਂ ਸਕਦਾ, ਸਿਰ ਦੇ ਨਾਲ ਹੀ ਲੱਥਦਾ ਹੈ। ਸੋ ਮੈਂ ਸਮਝਦਾ ਵੀ ਸਾਡੇ ਲਈ ਤਾਂ ਤਾਜ ਨਾਲੋਂ ਜ਼ਿਆਦਾ ਅਹਿਮ ਹੈ ਸਾਡਾ ਸਰੂਪ ਵੀ, ਸਾਡੀ ਹੋਂਦ ਵੀ, ਔਰ ਸਾਡੀ ਫਰੀडम ਵੀ। ਔਰ ਸਤਿਗੁਰੂ ਹਮੇਸ਼ਾ ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਸਾਡਾ ਫੇਥ ਬਿਲਕੁਲ ਇਹੀ ਹੋਣਾ ਚਾਹੀਦਾ ਵੀ ਅਸੀਂ ਤਾਂ ਇੱਕ ਉਹ ਛੋਟਾ ਜਿਹਾ ਹਿੱਸਾ ਆਪਣਾ ਫਰਜ਼ ਕਰ ਰਹੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸਾਰੇ ਜਗਤ ਦੇ ਵਿੱਚ ਖਾਲਸੇ ਦੇ ਆਲਰੇਡੀ ਨਿਸ਼ਾਨ ਵੀ ਝੂਲਦੇ ਨੇ।
ਸਾਡੇ ਜੈਕਾਰੇ ਨਗਾਰੇ ਕੋਵਿਡ-19 ਦੀ ਟ੍ਰੈਜਡੀ 'ਚ ਲੋਕ ਅੰਦਰਾਂ ਨੂੰ ਦੌੜੇ ਘਰਾਂ ਨੂੰ, ਸਿੱਖ ਬਾਹਰ ਨਿਕਲੇ ਕਿ ਭਾਈ ਕੌਣ ਕੌਣ ਤਕਲੀਫ 'ਚ ਹੈ, ਕਿਹਦੀਆਂ ਲੋੜਾਂ, ਔਰ ਇੱਕ ਥਾਂ ਕੋਈ ਕਹਿਣ ਨਹੀਂ ਗਿਆ ਕਿਸੇ ਨੂੰ। ਹੁਣ 4 ਦਿਨ ਪਹਿਲਾਂ ਸਾਡੇ ਇੱਥੇ ਫ੍ਰੈਜ਼ਨੋ ਕੈਲੀਫੋਰਨੀਆ 'ਚ ਘਟਨਾ ਹੁੰਦੀ ਹੈ। 2 ਸਾਲ ਪਹਿਲਾਂ ਆਇਆ ਮਨਜੀਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਆਪਣਾ ਕੈਰੀਅਰ ਅਗਲੇ ਦਿਨ ਸ਼ੁਰੂ ਕਰ ਰਿਹਾ ਆਪਣੇ ਕਜ਼ਨ ਦੇ ਨਾਲ, ਉੱਥੇ ਆ, ਉਹਦੇ ਕੰਨਾਂ 'ਚ ਆਵਾਜ਼ ਪੈਂਦੀ ਹੈ ਕਿ ਬੱਚੇ ਡੁੱਬ ਰਹੇ ਨੇ, ਉਹ ਛੱਡ ਕੇ ਜਾ ਕੇ ਛਾਲ ਮਾਰ ਕੇ ਧੂਆਂ ਨੂੰ ਕੱਢਦਾ, ਤੀਜੇ ਵਾਰੀ ਆਪ ਡੁੱਬ ਜਾਂਦਾ ਹੈ। ਦੁਨੀਆ ਕਹਿ ਰਹੀ ਵੀ ਇਹ ਕੀ, ਮੈਨੂੰ ਇੰਨਿਆਂ ਕੁ ਨੇ ਉਹਦੇ ਲਿੰਕ ਭੇਜੇ ਗੈਰ ਸਿੱਖਾਂ ਨੇ, ਉਹਨੇ ਕਿਹਾ ਯਾਰ ਇਹ ਕਮਾਲ ਦੇ ਲੋਕ ਨੇ। ਹੁਣ ਉਹ ਜਿਹੜੇ ਜਦੋਂ ਉਹਨਾਂ ਦੇ ਮੈਂ ਬਜ਼ੁਰਗ ਦਾ ਇੰਟਰਵਿਊ ਡਿਸਟ੍ਰਿਕਟ ਗੁਰਦਾਸਪੁਰ ਦੇ ਪਿੰਡ 'ਚ ਨੇ, ਉਹ ਉਹਨਾਂ ਦਾ ਦੇਖਦਾ, ਉਹ ਕਹਿੰਦੇ ਅਸੀਂ ਬਾਪੂ ਮੈਂ ਤੇਰਾ ਨਾਂ ਰੌਸ਼ਨ ਕਰਨਾ, ਮੈਂ ਜਾਊਂਗਾ ਬਾਹਰ ਮਿਹਨਤ ਕਰੂੰਗਾ। ਚਲੋ ਜੋ ਗੁਰੂ ਦਾ ਭਾਣਾ ਸੀ। ਮੈਂ ਕਿਹਾ ਭਾਈ ਜਿਹੜਾ ਇੱਥੇ ਸਾਰੀਆਂ ਉਮਰਾਂ ਗਾਲ ਕੇ ਨਹੀਂ ਕਰ ਸਕੇ 2 ਸਾਲ ਦੇ ਪੀਰੀਅਡ 'ਚ, ਨਾ ਤਾਂ ਉਹਨੇ ਤੁਹਾਡੇ ਤਾਂ ਟੱਬਰ ਦਾ ਰੌਸ਼ਨ ਕੀਤਾ, ਸਾਰੀ ਕੌਮ ਦਾ ਕੀਤਾ। ਸੋ ਇਹ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਆ ਹੋਇਆ, ਸਾਡੇ ਲਈ ਨਿਰਾਸ਼ਤਾ ਦੀ ਕੋਈ ਥਾਂ ਨਹੀਂ ਹੈ। ਗੁਰੂ ਰਹਿਮਤ ਕਰਨ, ਔਰ ਉਹੀ ਖਾਲਸਾ ਤੁਹਾਡੇ ਆਸਟ੍ਰੇਲੀਆ 'ਚ ਹੈ ਜਾਂ ਨਿਊਜ਼ੀਲੈਂਡ 'ਚ ਹੈ, ਉਹੀ ਸਪਿਰਿਟ ਹੈ, ਉਹੀ ਸਾਡਾ ਜਿਹੜਾ ਅਸੀਂ ਗੁਰੂ ਦੇ ਨਾਦੀ ਪੁੱਤਰ ਹੈ। ਗੁਰੂ ਸਾਹਿਬ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨਸ ਕੁਰਬਾਨ ਕਰਕੇ ਆਪਣਾ ਆਪਾ ਨਾਦੀ ਪੁੱਤਰਾਂ ਧੀਆਂ 'ਚ ਰੱਖਿਆ ਹੋਇਆ। ਸੋ ਸਾਡੇ ਲਈ ਤਾਂ ਗੁਰੂ ਸਾਡੇ ਸਿਰ ਦੇ ਉੱਤੇ ਹਮੇਸ਼ਾ ਹਾਜ਼ਰ ਨਾਜ਼ਰ ਹੈ। ਇਸ ਫੇਥ ਦੇ ਨਾਲ ਹੀ ਮੈਂ ਤੁਹਾਨੂੰ ਔਰ ਸਿੰਘ ਸਟੇਸ਼ਨ ਦੇ ਸਾਰੇ ਵਿਊਅਰਸ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਵੀ ਵਿਊਅਰਸ ਜਿਹੜੇ ਸਾਡੇ ਨਾਲ ਜੁੜੇ ਨੇ ਜੀ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਡੇ ਨਾਲ ਜਿਹੜੇ ਹੋਰ ਪ੍ਰੋਗਰਾਮਸ ਨੇ ਉਹਨਾਂ ਦੀ ਜਾਣਕਾਰੀ ਵੀ ਸਿੰਘ ਸਟੇਸ਼ਨ ਦੇ ਪੇਜ ਤੇ ਸ਼ੇਅਰ ਕਰਾਂਗੇ। ਤਾਂ ਡਾਕਟਰ ਸਾਹਿਬ ਦਾ ਇੱਕ ਵਾਰ ਫਿਰ ਕਿ ਉਹਨਾਂ ਨੇ ਇਸ ਦੇਰ ਰਾਤ ਇੰਨੀ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਟਾਈਮ ਕੱਢ ਕੇ ਸਾਡੇ ਨਾਲ ਸ਼ਮੂਲੀਅਤ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਹੁਣ ਸਿਰਫ 2-3 ਪ੍ਰੋਗਰਾਮ ਰਹਿ ਗਏ ਨੇ। ਅੱਜ 12 ਤਰੀਕ ਹੈ, ਤਾਂ ਸਿਰਫ 3 ਪ੍ਰੋਗਰਾਮ ਹੋਰ ਰਹਿ ਗਏ ਨੇ, ਤਾਂ ਜਿਹਦੇ ਵਿੱਚ ਸਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਕੁਝ ਪਾਕਿਸਤਾਨ ਕਮਿਊਨਿਟੀ ਤੋਂ ਵੀ ਸਾਡੇ ਨਾਲ ਕੁਝ ਵੀਰ ਨੇ ਉਹ ਜੁੜਨਗੇ। ਤਾਂ ਮੋਸਟ ਪ੍ਰੋਬਬਲੀ 14 ਅਗਸਤ ਨੂੰ ਸਾਡੇ ਨਾਲ ਪਾਕਿਸਤਾਨ ਤੋਂ ਕੁਝ ਸਿੰਘ ਜੁੜਨਗੇ, ਪਾਕਿਸਤਾਨ ਤੋਂ ਜਿਹੜੇ ਸਾਡੇ ਉਧਰ ਪੰਜਾਬੀ ਭਰਾ ਨੇ ਉਹ ਜੁੜਨਗੇ। ਤਾਂ ਉਹ ਸਾਡੇ ਨਾਲ ਗੱਲ ਕਰਨਗੇ 1947 ਦੇ ਸੰਦਰਭ ਦੇ ਵਿੱਚ, ਤਾਂ ਉਸ ਪੰਜਾਬ ਤੋਂ, ਕਿਉਂਕਿ ਇਹ ਸਾਂਝਾ ਪੰਜਾਬ ਦੀ ਅਸੀਂ ਗੱਲ ਕਰ ਰਹੇ ਹਾਂ। ਤਾਂ ਜਿਵੇਂ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਅਗਰ ਤੁਸੀਂ ਪਸੰਦ ਕੀਤੇ ਨੇ, ਤੁਸੀਂ ਲਾਈਕ ਕਰਦੇ ਹੋ, ਤੁਸੀਂ ਜ਼ਰੂਰ ਇਸ ਵੀਡੀਓ ਨੂੰ, ਇਸ ਨੂੰ ਆਪਣੇ ਹੋਰ ਮਿੱਤਰਾਂ ਦੋਸਤਾਂ ਦੇ ਨਾਲ ਸਾਂਝ ਵੀ ਕਰ ਸਕਦੇ ਹੋ। ਤਾਂ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੇ ਲਈ ਮੇਰੀ ਤਰਫ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।